देखो कल दी क्लास ਦੇ ਵਿੱਚ देखो ਆਪਾਂ डिस्कस कर चुके हाँ how to count the number of signals in your NMR। नंबर ऑफ सिग्नल्स कैलकुलेट करना ਆਪਾਂ सीख चुके हैं by using your equivalent protons and your non equivalent protons, है ना। आप यही चीज सीख चुके हैं। दूसरा चीज ਆਪਾਂ ਕੀ ਸਿੱਖਿਆ ਸੀ ਕੱਲ ਆਪਾਂ ਡਿਸਕਸ ਕਰ ਰਹੇ ਸੀ ਆਪਣਾ ਪੋਜੀਸ਼ਨ ਆਫ ਸਿਗਨਲ ਬਾਰੇ, ਹੈ ਨਾ। ਪੋਜੀਸ਼ਨ ਆਫ ਸਿਗਨਲ ਬਾਰੇ ਆਪਾਂ ਦੇਖ ਚੁੱਕੇ ਸੀ ਕਿ ਕਿਸ ਤਰ੍ਹਾਂ ਆਪਣੇ ਸਿਗਨਲ ਦੀ ਜੋ ਪੋਜੀਸ਼ਨ ਹੈ ਉਹ ਇਫੈਕਟ ਕਰ ਸਕਦੀ ਹੈ, ਆਪਣੇ ਕਿੰਨੇ ਸਿਗਨਲ ਆ ਸਕਦੇ ਨੇ ਇਨ ਅ ਗਿਵਨ ਮੋਲੀਕਿਊਲ। दैट इज जो पोजीशन है, पोजीशन बारे ਆਪਾਂ देखो की डिस्कस ਕੀਤਾ ਸੀਗਾ अबाउट शील्डिंग एंड डी-शील्डिंग ऑफ योर प्रोटॉन, है ना। प्रोटॉन ਦੀ शील्डिंग ਤੇ डी-शील्डिंग ਤੇ डिपेंड करता है कि एक जो पर्टिकुलर जो थोड़ा न्यूक्लियस है उसका जो सिग्नल है वो किस पोजीशन ਤੇ ਆਏਗਾ। ਤਾਂ ਆਪ ਅੱਜ ਜੋ ਆਪਾਂ ਗੱਲ ਕਰਨੀ ਹੈ ਉਸੇ ਪੋਜੀਸ਼ਨ ਦੀ ਗੱਲ ਕਰਨੀ ਹੈ ਕਿ ਆਪਾਂ ਜੋ ਸਿਗਨਲ ਹੈ ਕਿਸ ਤਰ੍ਹਾਂ ਆਇਡੈਂਟੀਫਾਈ ਕਰ ਸਕਦੇ ਹਾਂ ਕਿ ਪਾਰਟਿਕੂਲਰ ਨਿਊਕਲੀਅਸ ਦਾ ਜੋ ਸਿਗਨਲ ਹੈ ਉਹ ਕਿਸ ਪੋਜੀਸ਼ਨ ਦੇ ਉੱਪਰ ਆਂਦਾ ਹੈ। ਤਾਂ ਜਨਰਲੀ ਦੇਖੋ ਜੋ ਵੀ ਆਪਾਂ ਕੈਮੀਕਲ ਸ਼ਿਫਟ, ਦੇਖੋ ਕੈਮੀਕਲ ਸ਼ਿਫਟ ਆਪਾਂ ਕੀ ਰਿਪਰੈਜ਼ੈਂਟ ਕਰਦੇ ਹਾਂ, ਤੁਹਾਡੀ ਪੋਜੀਸ਼ਨ ਆਫ ਸਿਗਨਲ ਨੂੰ ਆਪਾਂ ਇੱਥੇ ਕੀ ਬੋਲਦੇ ਹਾਂ, ਤੁਹਾਡਾ ਕੈਮੀਕਲ ਸ਼ਿਫਟ। ਤਾਂ ਜੋ ਵੀ ਤੁਹਾਡਾ ਗਿਵਨ ਮੋਲੀਕਿਊਲ ਹੈ ਉਹਦੇ ਵਿੱਚ ਜਿਸ ਵੀ ਤਰ੍ਹਾਂ ਦੇ ਤੁਹਾਡੇ ਪ੍ਰੋਟੋਨ ਨਿਊਕਲੀਅਸ ਪ੍ਰੈਜ਼ੈਂਟ ਹੁੰਦੇ ਨੇ ਉਸਦਾ ਜੋ ਪੋਜੀਸ਼ਨ ਹੈ ਜਿਸ ਨੂੰ ਆਪਾਂ ਕੈਮੀਕਲ ਸ਼ਿਫਟ ਬੋਲਦੇ ਹਾਂ ਉਸਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ ਇਨ ppm ਯੂਨਿਟ, ਪਾਰਟਸ ਪਰ ਮਿਲੀਅਨ ਯੂਨਿਟ ਦੇ ਵਿੱਚ ਰਿਪਰੈਜ਼ੈਂਟ ਕਰਦੇ ਹਾਂ, ਜੋ ਕਿ ਤੁਹਾਡੀ ਇੱਕ ਡਾਇਮੈਂਸ਼ਨਲੈਸ ਕੁਆਂਟੀਟੀ ਹੁੰਦੀ ਹੈ ਐਂਡ ਇੰਡੀਪੈਂਡੈਂਟ ਹੁੰਦੀ ਹੈ। ਜੋ ਵੀ ਤੁਸੀਂ ਰੇਡੀਓ ਫ੍ਰੀਕੁਐਂਸੀ ਯੂਜ਼ ਕਰਦੇ ਹੋ, ਚਾਹੇ ਤੁਸੀਂ 400 ਮੈਗਾਹਰਟਜ਼ ਰੇਡੀਓ ਫ੍ਰੀਕੁਐਂਸੀ ਸਪੈਕਟ੍ਰੋਮੀਟਰ ਯੂਜ਼ ਕਰ ਰਹੇ ਹੋ, ਚਾਹੇ ਤੁਸੀਂ 600 ਮੈਗਾਹਰਟਜ਼ ਸਪੈਕਟ੍ਰੋਮੀਟਰ ਯੂਜ਼ ਕਰ ਰਹੇ ਹੋ, ਇਸ ਚੀਜ਼ ਦੇ ਉੱਪਰ ਜੋ ਤੁਹਾਡਾ पोजीशन ऑफ सिग्नल है जो तुसी कैलकुलेट करते हो इन योर ppm यूनिट वो इस चीज से डिपेंड नहीं करती कि 400 से वेदर यू आर कैलकुलेटिंग और यू आर कैलकुलेटिंग ऑन योर 600 मेगाहर्ट्ज इंस्ट्रूमेंट, वैल्यू रिमेन्स द सेम। इसे करके जो आप यूनिट कैलकुलेट करते हैं, पोजीशन कैलकुलेट करते हैं आप अपने प्रोटोन दी अपने एनएमआर स्पेक्ट्रोस्कोपी दे विच, दैट इज इन टर्म्स ऑफ योर ppm। दैट इज वेरी इंपॉर्टेंट पॉइंट कि जो थोड़ा डेल्टा वैल्यू है केमिकल शिफ्ट दी of your position of your nucleus that doesn't depend upon the radio frequency of spectrometer used। For example कि मान लो अगर तुसी 100 मेगाहर्ट्ज का इंस्ट्रूमेंट यूज कर रहे हो तो उत्थे जो 1 ppm होएगा दैट इज इक्वलेंट टू योर 100 हर्ट्ज। सिमिलरली अगर तुसी 400 मेगाहर्ट्ज की गल करते हो तो उत्थे जो थोड़ा 1 ppm है वो 400 हर्ट्ज के इक्वल होएगा। सो दैट मींस ppm दे विच कोई चेंजेस नहीं आते, बट अगर तुसी जो पोजीशन ऑफ सिग्नल है जो केमिकल शिफ्ट है अगर तुसी उसको हर्ट्ज की फॉर्म से रिप्रेजेंट करते हो सो दैट विल डिपेंड अपॉन द यूज ऑफ रेडियो फ्रीक्वेंसी यूज्ड स्पेक्ट्रोमीटर ਤੇ डिपेंड करती है। फॉर एग्जांपल ਤੁਸੀਂ देख सकते हो कि अगर ਆਪਾਂ 100 मेगाहर्ट्ज इंस्ट्रूमेंट ਲੈ ਰਹੇ ਹਾਂ ਤਾਂ ਉੱਥੇ ਜੋ ਥੋੜਾ 1 ppm ਹੈ ਉਹ 100 ਹਰਟਜ਼ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ, ਜਦਕਿ ਅਗਰ ਆਪਾਂ 400 मेगाहर्ट्ज स्पेक्ट्रोमीटर ਦੀ ਗੱਲ ਕਰਦੇ ਹਾਂ ਤਾਂ ਉੱਥੇ ਜੋ ਥੋੜਾ 1 ppm ਹੈ ਉਹ 400 ਹਰਟਜ਼ ਨੂੰ ਰਿਪਰੈਜ਼ੈਂਟ ਕਰਦਾ ਹੈ। ਸੋ दैट मींस हर्ट्ज ਦੇ ਵਿੱਚ ਅਗਰ ਤੁਸੀਂ ਪੋਜੀਸ਼ਨ ਨੂੰ ਕਿਸੇ ਵੀ ਸਿਗਨਲ ਦੀ ਪੋਜੀਸ਼ਨ ਨੂੰ ਰਿਪਰੈਜ਼ੈਂਟ ਕਰਦੇ ਹੋ ਤਾਂ ਹਰਟਜ਼ ਦੇ ਵਿੱਚ ਜੋ ਐਕਸਪ੍ਰੈਸ਼ਨ ਆਂਦਾ ਹੈ, ਜੋ ਵੈਲਿਊ ਆਂਦੀ ਹੈ ਉਹ ਚੇਂਜ ਕਰਦੀ ਹੈ ਵਿਦ ਯੂਅਰ ਰੇਡੀਓ ਫ੍ਰੀਕੁਐਂਸੀ ਆਫ ਦਾ ਸਪੈਕਟ੍ਰੋਫੋਟੋਮੀਟਰ। ਬਟ ਅਗਰ ਤੁਸੀਂ ਉਸ ਨੂੰ ppm ਦੇ ਵਿੱਚ ਰਿਪਰੈਜ਼ੈਂਟ ਕਰਦੇ ਹੋ ਤਾਂ ppm ਦੇ ਵਿੱਚ ਸਿਗਨਲ ਦੀ ਜੋ ਪੋਜੀਸ਼ਨ ਹੈ ਉਹਦੇ ਵਿੱਚ ਕੋਈ ਚੇਂਜ ਨਹੀਂ ਆਂਦਾ, ਚਾਹੇ ਤੁਸੀਂ ਜੋ ਵੀ ਰੇਡੀਓ ਫ੍ਰੀਕੁਐਂਸੀ ਦਾ ਸਪੈਕਟ੍ਰੋਮੀਟਰ ਲੈ ਲਓ ਉਹਦੀ ਜੋ ਪੋਜੀਸ਼ਨ ਹੈ ਇਨ ਟਰਮਸ ਆਫ ppm दैट रिमेन्स द सेम। ਇਸੇ ਕਰਕੇ ਜੋ ਆਪਾਂ ਕੈਮੀਕਲ ਸ਼ਿਫਟ ਹੈ ਜਿਸ ਨੂੰ ਆਪਾਂ ਡੈਲਟਾ ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ ਆਪਾਂ ਉਸ ਨੂੰ ppm ਦੇ ਵਿੱਚ ਲੈਣੇ ਹਾਂ ਨਾ ਕਿ ਤੁਹਾਡੇ ਹਰਟਜ਼ ਦੇ ਵਿੱਚ। दैट इज अ वेरी इंपॉर्टेंट पॉइंट। ਨਾਓ ਦੇਖੋ ਕੈਮੀਕਲ ਸ਼ਿਫਟ ਨੂੰ ਐਕਸਪ੍ਰੈਸ ਕਰਨ ਦੇ ਲਈ ਆਪਾਂ ਬੇਸਿਕਲੀ ਦੋ ਸਕੇਲਸ ਦੇਖਦੇ ਹਾਂ ਤੁਹਾਡੇ। ਪਹਿਲਾ ਹੁੰਦਾ ਹੈ ਤੁਹਾਡਾ ਡੈਲਟਾ ਸਕੇਲ ਐਂਡ ਦਾ ਸੈਕੰਡ ਵਨ ਇਜ਼ ਯੋਰ ਟਾਊ ਸਕੇਲ। ਡੈਲਟਾ ਸਕੇਲ ਦੇ ਵਿੱਚ ਦੇਖੋ ਅਗਰ ਤੁਸੀਂ ਸਿਗਨਲ ਨੂੰ ਦੱਸਣਾ ਹੈ ਉਸਦੀ ਪੋਜੀਸ਼ਨ ਨੂੰ ਆਪਾਂ ਕਿੱਦਾਂ ਕਨਵਰਟ ਕਰਦੇ ਹਾਂ ਕਿ ਜਿਸ ਫ੍ਰੀਕੁਐਂਸੀ ਤੇ ਉਹ ਆਬਜ਼ਰਵ ਕਰਦਾ ਹੈ ਸਿਗਨਲ ਉਸ ਨੂੰ ਆਪਾਂ ppm ਦੇ ਵਿੱਚ ਕਿੱਦਾਂ ਕਨਵਰਟ ਕਰਦੇ ਹਾਂ। ਤਾਂ ਜਿੰਨਾ ਵੀ ਤੁਹਾਡਾ ਦੇਖੋ ਸਿਗਨਲ ਦੀ ਜੋ ਵੀ ਤੁਹਾਡੀ ਫ੍ਰੀਕੁਐਂਸੀ ਆ ਰਹੀ ਹੈ ਉਹਨੂੰ ਡਿਵਾਈਡ ਕਰ ਦਿਓ ਵਿਦ ਆਫ ਰੇਡੀਓ ਫ੍ਰੀਕੁਐਂਸੀ ਜੋ ਵੀ ਤੁਸੀਂ ਸਪੈਕਟ੍ਰੋ फोटोमीटर की जो रेडियो फ्रीक्वेंसी यूज कर रहे हो उस नाल डिवाइड कर दो ते उसनु मल्टीप्लाई कर दो इनटू 10 रेज़ टू पावर 6 देना, तो जो भी आंसर आएगा दैट विल बी इन योर ppm। ऑन द अदर हैंड जो थोड़ा टाउ स्केल हुंदा है, टाउ स्केल की हुंदा है तुसी डेल्टा दे विचों 10 माइनस कर दो, 10 माइनस डेल्टा गिव्स द टाउ स्केल। तो जनरली जो भी तुसी पोजीशन दी डिस्कशन करदे हो वो डेल्टा स्केल दे ऊपर हुंदी है। जो भी सिग्नल दी पोजीशन तुसी डिफाइन करदे हो जनरली ਉਹ ਆਪਾਂ ਡੈਲਟਾ ਸਕੇਲ ਨੂੰ ਲੈ ਕੇ ਕਰਦੇ ਹਾਂ।
ਜੋ ਅਗਰ ਤੁਹਾਨੂੰ ਪੇਪਰ ਦੇ ਵਿੱਚ ਟਾਊ ਸਕੇਲ ਬਾਰੇ ਪੁੱਛਿਆ ਜਾਂਦਾ ਹੈ ਤਾਂ ਤੁਸੀਂ ਡੈਲਟਾ ਦੀ ਵੈਲਿਊ ਕੈਲਕੂਲੇਟ ਕਰ ਲਓ, ਉਸਨੂੰ 10 ਦੇ ਵਿੱਚੋਂ ਮਾਈਨਸ ਕਰ ਦਿਓ, that will give the value of the signal position of the signal in terms of your tau scale। ਹੁਣ ਦੇਖੋ ਕੱਲ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਸੀਗਾ ਸਿਗਨਲ ਦਾ ਸ਼ੀਲਡਡ ਹੋਣਾ, ਡੀਸ਼ੀਲਡਡ ਹੋਣਾ ਦਾ ਉਹਦਾ ਮਤਲਬ ਕੀ ਹੈ। ਤਾਂ ਮੈਂ ਕੱਲ ਤੁਹਾਨੂੰ ਸਮਝਾਇਆ ਸੀ ਕਿ ਅਗਰ ਤੁਹਾਡਾ ਜੋ ਪ੍ਰੋਟੋਨ ਹੈ, ਨਿਊਕਲੀਅਸ ਜੋ ਹੈ, ਅਗਰ ਉਹ ਥੋੜਾ ਸ਼ੀਲਡਡ ਹੈ ਤਾਂ ਉਸਦਾ ਸਿਗਨਲ ਕੀ ਆਂਦਾ ਹੈ, ਅਪਫੀਲਡ ਆਂਦਾ ਹੈ। ਔਨ ਦਾ ਅਦਰ ਹੈਂਡ ਅਗਰ ਜੋ ਤੁਹਾਡਾ ਪ੍ਰੋਟੋਨ ਹੈ, ਅਗਰ ਉਹ ਕੀ ਹੈ ਤੁਹਾਡਾ ਡੀਸ਼ੀਲਡਡ ਹੈ ਤਾਂ ਉਹਦਾ ਜੋ ਸਿਗਨਲ ਆਂਦਾ ਹੈ ਉਹ ਕੀ ਆਂਦਾ ਹੈ ਤੁਹਾਡਾ ਡਾਊਨਫੀਲਡ ਆਂਦਾ ਹੈ। ਤਾਂ ਰੈਫਰੈਂਸ ਲਈ ਆਪਾਂ TMS ਨੂੰ ਐਜ਼ ਅ ਰੈਫਰੈਂਸ ਸਟੈਂਡਰਡ ਯੂਜ਼ ਕਰਦੇ ਹਾਂ, ਜਿਸਦਾ ਅਗਰ ਆਪਾਂ ਸਿਗਨਲ ਓਬਜ਼ਰਵ ਕਰੀਏ ਔਨ ਯੂਰ ਡੈਲਟਾ ਸਕੇਲ ਤੇ ਜੋ ਇਸਦੀ ਵੈਲਿਊ ਆਂਦੀ ਹੈ ਉਹ ਕਿੰਨੀ ਆਂਦੀ ਹੈ ਤੁਹਾਡੀ 0 ppm। ਉਹ ਕਿੰਨੀ ਆਂਦੀ ਹੈ ਤੁਹਾਡੀ 0 ppm। ਤਾਂ ਆਪਾਂ ਡੈਲਟਾ ਸਕੇਲ ਦੇ ਵਿੱਚ ਜੋ ਕੈਲਕੂਲੇਟ ਕਰਦੇ ਹਾਂ, ਜਿੰਨੇ ਵੀ ਸਿਗਨਲ ਆਪਾਂ ਪੋਜੀਸ਼ਨਸ ਦੱਸਾਂਗੇ ਕਿਸੇ ਵੀ ਪਾਰਟਿਕੂਲਰ ਨਿਊਕਲੀਅਸ ਦੀ, ਉਹ ਕਿਸ ਰਿਸਪੈਕਟ ਨਾਲ ਦੱਸਦੇ ਹਾਂ ਤੁਹਾਡੇ TMS ਦੇ ਨਾਲ। ਤਾਂ TMS ਦੇ ਰਿਸਪੈਕਟ ਦੇ ਨਾਲ ਜੋ ਵੀ ਸਿਗਨਲ ਤੁਹਾਡੇ TMS ਦੇ ਆਸ-ਪਾਸ ਆਣਗੇ, ਉਹ ਸਿਗਨਲ ਆਪਾਂ ਕੀ ਕਹਿੰਦੇ ਹਾਂ, ਉਹ ਸਿਗਨਲ ਕੀ ਹੁੰਦੇ ਨੇ ਤੁਹਾਡੇ ਸ਼ੀਲਡਡ ਹੁੰਦੇ ਨੇ। ਜਦ ਕਿ ਜੋ ਸਿਗਨਲ ਤੁਹਾਡੇ TMS ਤੋਂ ਦੂਰ ਆਣਗੇ ਉਹਨਾਂ ਨੂੰ ਆਪਾਂ ਬੋਲਦੇ ਹਾਂ these are your ਡੀਸ਼ੀਲਡਡ ਪ੍ਰੋਟੋਨਸ, ਤੇ ਉਹਨਾਂ ਦਾ ਜੋ ਸਿਗਨਲ ਆਂਦਾ ਹੈ ਉਹ ਕੀ ਆਂਦਾ ਹੈ ਤੁਹਾਡਾ ਡਾਊਨਫੀਲਡ ਆਂਦਾ ਹੈ। ਤਾਂ ਲੈਟਸ ਸਪੋਜ਼ ਕਿ ਤੁਹਾਡਾ ਇੱਕ ਸਿਗਨਲ ਆ ਰਿਹਾ ਹੈ 2.5 ਤੇ ਲੈਟਸ ਸਪੋਜ਼ ਐਂਡ ਇੱਕ ਸਿਗਨਲ ਆ ਰਿਹਾ ਹੈ 6 ਤੇ, ਤਾਂ ਆਪਾਂ ਕੀ ਬੋਲਾਂਗੇ ਜੋ ਤੁਹਾਡਾ ਸਿਗਨਲ 6 ppm ਤੇ ਆ ਰਿਹਾ ਹੈ that is your ਡੀਸ਼ੀਲਡਡ ਪ੍ਰੋਟੋਨ ਹੋਏਗਾ, ਤੇ ਜੋ ਸਿਗਨਲ ਹੈ ਉਹ ਤੁਹਾਡਾ ਡਾਊਨਫੀਲਡ ਆ ਰਿਹਾ ਹੈ। ਔਨ ਦਾ ਅਦਰ ਹੈਂਡ ਜੋ ਤੁਹਾਡਾ ਪ੍ਰੋਟੋਨ, ਜੋ ਤੁਹਾਡਾ ਜੋ ਨਿਊਕਲੀਅਸ ਹੈ, ਜੋ ਤੁਹਾਡਾ ਸਿਗਨਲ 2.5 ਦੇ ਕੋਰਸਪੋਂਡਿੰਗ ਦੇ ਰਿਹਾ ਹੈ that is due to the shielding environment, ਜਿਸ ਕਰਕੇ ਜੋ ਤੁਹਾਡਾ ਸਿਗਨਲ ਹੈ ਉਹ ਅਪਫੀਲਡ ਆ ਰਿਹਾ ਹੈ। ਤਾਂ ਆਪਾਂ ਇਸ ਤਰ੍ਹਾਂ ਡੈਲਟਾ ਸਕੇਲ ਦੇ ਰਿਸਪੈਕਟ ਦੇ ਨਾਲ ਕਿਸੇ ਵੀ ਪਾਰਟਿਕੂਲਰ ਨਿਊਕਲੀਅਸ ਜਾਂ ਪ੍ਰੋਟੋਨ ਦਾ ਜੋ ਸਿਗਨਲ ਹੈ ਉਸਨੂੰ ਡਿਫਾਈਨ ਕਰ ਸਕਦੇ ਹਾਂ ਕਿ ਵੈਦਰ ਉਹ ਪ੍ਰੋਟੋਨ ਤੁਹਾਡਾ ਸ਼ੀਲਡਡ ਰੀਜਨ ਦੇ ਵਿੱਚ ਲਾਈ ਕਰਦਾ ਹੈ ਜਾਂ ਡੀਸ਼ੀਲਡਡ ਰੀਜਨ ਦੇ ਵਿੱਚ ਲਾਈ ਕਰਦਾ ਹੈ, ਡਿਪੈਂਡਿੰਗ ਅਪੋਨ ਦਾ ਡੈਲਟਾ ਵੈਲਿਊ। ਡੈਲਟਾ ਵੈਲਿਊ ਜਿੰਨੀ ਘੱਟ ਹੋਏਗੀ ਸਿਗਨਲ ਓਨਾ ਹੀ ਜ਼ਿਆਦਾ ਕੀ ਹੋਏਗਾ ਤੁਹਾਡਾ ਸ਼ੀਲਡਡ ਹੋਏਗਾ, ਨਿਊਕਲੀਅਸ ਓਨਾ ਹੀ ਜ਼ਿਆਦਾ ਤੁਹਾਡਾ ਸ਼ੀਲਡਡ ਹੋਏਗਾ, ਸਿਗਨਲ ਦੀ ਜੋ ਵੈਲਿਊ ਹੈ ਓਨਾ ਹੀ ਅਪਫੀਲਡ ਆਏਗੀ। ਔਨ ਦਾ ਅਦਰ ਹੈਂਡ ਜਿੰਨਾ ਜ਼ਿਆਦਾ ਡੈਲਟਾ ਵੈਲਿਊ ਜ਼ਿਆਦਾ ਹੋਏਗੀ ਸਿਗਨਲ ਓਨਾ ਹੀ ਤੁਹਾਡਾ ਡੀਸ਼ੀਲਡਡ ਹੋਏਗਾ, ਡਾਊਨਫੀਲਡ ਆਏਗਾ। ਅਗਰ ਆਪਾਂ ਟਾਊ ਸਕੇਲ ਦੀ ਗੱਲ ਕਰਦੇ ਹਾਂ ਤਾਂ ਟਾਊ ਦੇ ਵਿੱਚ ਡੈਲਟਾ ਦੇ ਨਾਲੋਂ ਬਿਲਕੁਲ ਆਪੋਜ਼ਿਟ ਹੋ ਜਾਂਦਾ ਹੈ। ਜੋ ਵੈਲਿਊ ਡੈਲਟਾ ਇਕੁਅਲ ਟੂ 0 ਨੂੰ ਕੋਰਸਪੋਂਡ ਕਰਦੀ ਹੈ, ਟਾਊ ਦੇ ਵਿੱਚ ਸੇਮ ਵੈਲਿਊਸ ਨੂੰ 10 ਦੇ ਇਕੁਅਲ ਕੋਰਸਪੋਂਡ ਕਰਦੀ ਹੈ। ਤਾਂ ਧਿਆਨ ਰੱਖਣਾ ਜਨਰਲੀ ਪੇਪਰ 'ਚ ਡੈਲਟਾ ਸਕੇਲ ਦੀ ਹੀ ਗੱਲ ਕੀਤੀ ਜਾਂਦੀ ਹੈ। ਅਗਰ ਬਾਈ ਚਾਂਸ ਤੁਹਾਨੂੰ ਟਾਊ ਸਕੇਲ ਦੇ ਬਾਰੇ ਪੁੱਛਦੇ ਨੇ ਤਾਂ ਲੈਟਸ ਸਪੋਜ਼ ਕਿ ਅਗਰ ਡੈਲਟਾ ਦੇ ਵਿੱਚ ਤੁਹਾਡਾ ਜੋ ਸਿਗਨਲ ਹੈ, ਡੈਲਟਾ ਸਕੇਲ ਦੇ ਵਿੱਚ ਸਿਗਨਲ 2.5 ਤੇ ਆ ਰਿਹਾ ਹੈ ਤਾਂ ਉਹ ਸੇਮ ਸਿਗਨਲ ਟਾਊ ਦੇ ਵਿੱਚ ਕਿੰਨੇ ਤੇ ਆਏਗਾ 10 ਮਾਈਨਸ 2.5 that means 7.5 ਤੇ obtained ਹੋਏਗਾ। ਤਾਂ ਆਹ ਦੋਨੋਂ ਸਕੇਲ ਬੜੇ ਹੀ ਇੰਪੋਰਟੈਂਟ ਨੇ, ਇਹਨਾਂ ਦੇ ਬੇਸ ਤੇ ਪ੍ਰੀਵੀਅਸ ਈਅਰ ਇੱਕ ਕੁਐਸਚਨ ਪੁੱਛਿਆ ਜਾ ਚੁੱਕਿਆ ਹੈ ਆਲਰੇਡੀ, ਤਾਂ ਇਸ ਨੂੰ ਧਿਆਨ ਦੇ ਨਾਲ ਕਰਨਾ ਹੈ। ਦੇਖੋ ਇਹਨਾਂ ਗਿਵਨ ਕੁਐਸਚਨ ਦੇ ਵਿੱਚ ਕੀ ਹੈ, ਕਹਿੰਦੇ ਕਿ ਆਰਗੈਨਿਕ ਕੰਪਾਊਂਡ ਤੁਹਾਨੂੰ ਗਿਵਨ ਹੈ। ਆਰਗੈਨਿਕ ਜੋ ਕੰਪਾਊਂਡ ਹੈ ਦੋ ਤਰ੍ਹਾਂ ਦੇ ਉਸ ਵਿੱਚ ਪ੍ਰੋਟੋਨ ਪ੍ਰੈਜ਼ੈਂਟ ਨੇ ਜਿਨ੍ਹਾਂ ਦੇ ਕੋਰਸਪੋਂਡਿੰਗ ਤੁਹਾਨੂੰ ਦੋ ਸਿਗਨਲ obtained ਹੋ ਰਹੇ ਨੇ। ਫਸਟ ਵਨ ਇਜ਼ ਐਟ 50 ਹਰਟਜ਼ ਐਂਡ ਦਾ ਸੈਕੰਡ ਵਨ ਇਜ਼ ਐਟ 200 ਹਰਟਜ਼, ਜਿਹਦੇ ਵਿੱਚ ਅਗਰ ਆਪਾਂ ਜੋ ਸਪੈਕਟ੍ਰੋਮੀਟਰ ਜੋ ਲੈ ਰਹੇ ਹਾਂ ਉਹ 60 ਮੈਗਾਹਰਟਜ਼ ਦਾ ਹੈ। ਤਾਂ ਆਪਾਂ ਨੂੰ ਕੁਐਸਚਨ ਪੁੱਛਿਆ ਗਿਆ ਹੈ ਕਿ ਅਗਰ ਆਪਾਂ 60 ਮੈਗਾਹਰਟਜ਼ ਦੀ ਬਜਾਏ ਹੁਣ ਆਪਣਾ ਜੋ ਸਪੈਕਟ੍ਰੋਮੀਟਰ ਹੈ ਉਹ 90 ਮੈਗਾਹਰਟਜ਼ ਲੈ ਲੈਂਦੇ ਹਾਂ ਤਾਂ ਜੋ ਆਪਣੇ ਸਿਗਨਲ 50 ਤੇ 200 ਹਰਟਜ਼ ਤੇ ਆ ਰਹੇ ਸੀ ਉਹਨਾਂ ਦੀ ਜੋ ਪੋਜੀਸ਼ਨ ਹੈ ਐਟ 90 ਮੈਗਾਹਰਟਜ਼ ਉਹ ਕਿੰਨੇ ਤੇ ਆਣਗੇ, ਆਪਾਂ ਇਹ ਚੀਜ਼ ਦੱਸਣੀ ਹੈ। ਦੇਖ ਕਿੱਦਾਂ ਕੁਐਸਚਨ ਨੂੰ ਅਟੈਂਪਟ ਕਰਨਾ ਹੈ, ਦੇਖੋ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕਿਆ ਹਾਂ ਕਿ ਅਗਰ ਤੁਸੀਂ ਸਿਗਨਲ ਜੋ ਲੈਣੇ ਹੋ ਇਨ ਟਰਮਸ ਆਫ ਹਰਟਜ਼ ਲਓਗੇ ਤਾਂ ਹਰਟਜ਼ ਦਾ ਜੋ ਸਿਗਨਲ ਹੈ ਉਹ ਚੇਂਜ ਹੁੰਦਾ ਹੈ ਵਿਦ ਚੇਂਜ ਆਫ ਰੇਡੀਓ ਫ੍ਰੀਕੁਐਂਸੀ ਆਫ ਯੂਅਰ ਸਪੈਕਟ੍ਰੋਮੀਟਰ। ਤਾਂ ਅਗਰ ਤੁਸੀਂ 60 ਦੀ ਬਜਾਏ ਇੱਥੇ 90 ਮੈਗਾਹਰਟਜ਼ ਦਾ ਸਪੈਕਟ੍ਰੋਮੀਟਰ ਲਓਗੇ ਤਾਂ ਓਬਵੀਅਸਲੀ ਗੱਲ ਹੈ ਕਿ ਜੋ ਇਹਨਾਂ ਦੇ ਸਿਗਨਲ ਨੇ ਉਹਨਾਂ ਦੇ ਵਿੱਚ ਚੇਂਜਸ ਆਣਗੇ ਉਹਨਾਂ ਦੀਆਂ ਪੋਜੀਸ਼ਨਸ ਦੇ ਵਿੱਚ। ਬਟ ਅਗਰ ਆਪਾਂ PPM ਦੀ ਟਰਮ ਦੇ ਵਿੱਚ ਐਕਸਪ੍ਰੈਸ ਕਰ ਲੈਂਦੇ ਹਾਂ ਤਾਂ PPM ਦੇ ਵਿੱਚ ਕੋਈ ਚੇਂਜ ਨਹੀਂ ਆਏਗਾ। ਤਾਂ ਹੁਣ ਤੁਸੀਂ ਦੇਖੋ ਕਿ ਜੋ ਤੁਹਾਡਾ 60 ਮੈਗਾਹਰਟਜ਼ ਸੀਗਾ ਤਾਂ 60 ਮੈਗਾਹਰਟਜ਼ ਦੇ ਵਿੱਚ ਜੋ ਤੁਹਾਡਾ 1 ppm ਹੈ ਉਹ ਕਿੰਨੇ ਦੇ ਕੋਰਸਪੋਂਡਿੰਗ ਹੁੰਦਾ ਹੈ 1 ppm ਇਕੁਅਲ ਟੂ 60 ਹਰਟਜ਼। ਔਨ ਦਾ ਅਦਰ ਹੈਂਡ ਅਗਰ ਤੁਸੀਂ 90 ਮੈਗਾਹਰਟਜ਼ ਇੰਸਟਰੂਮੈਂਟ ਦੀ ਗੱਲ ਕਰਦੇ ਹੋ ਤਾਂ ਇੱਥੇ ਜੋ ਤੁਹਾਡਾ 1 ppm ਹੈ ਉਹ ਕਿੰਨੇ ਹਰਟਜ਼ ਦੇ ਕੋਰਸਪੋਂਡਿੰਗ ਹੁੰਦਾ ਹੈ ਤੁਹਾਡਾ 90 ਹਰਟਜ਼ ਦੇ ਕੋਰਸਪੋਂਡਿੰਗ ਆਂਦਾ ਹੈ। ਤਾਂ ਦੇਖੋ ਹੁਣ ਧਿਆਨ ਨਾਲ ਸਮਝੋ ਕਿ ਜੋ ਆਪਣਾ ਸਿਗਨਲ ਹੈ
50 ਹਰਟਜ਼ ਸੀ, ਸਿਗਨਲ ਜੋ ਹੈ ਆਪਣਾ 50 ਹਰਟਜ਼ ਸੀ, ਤਾਂ ਉਹ 60 ਮੈਗਾਹਰਟਜ਼ ਦੇ ਕੋਰਸਪੋਂਡਿੰਗ ਕਿੰਨੇ ਤੇ ਸਿਗਨਲ ਦੇਗਾ, ਆਪਾਂ ਨੂੰ ਇਹ ਸਮਝਣ ਦੀ ਇੱਥੇ ਕੀ ਹੈ ਜ਼ਰੂਰਤ ਹੈ। ਤਾਂ ਤੁਸੀਂ ਧਿਆਨ ਨਾਲ ਸਮਝੋ ਕਿ ਇੱਕ ppm 60 ਹਰਟਜ਼ ਦੇ ਕੋਰਸਪੋਂਡਿੰਗ ਹੈ, ਤਾਂ ਅਗਰ ਆਪਣੇ ਕੋਲ ਸਿਗਨਲ 50 ਹਰਟਜ਼ ਤੇ ਆ ਰਿਹਾ ਹੈ, that means ਉਸ ppm ਦੇ ਵਿੱਚ ਉਸਦੀ ਵੈਲਿਊ ਕਿੰਨੀ ਹੋਏਗੀ 1/60 into 50 ppm। ਇੱਥੇ ਤੱਕ ਪੁਆਇੰਟ ਕਲੀਅਰ ਹੈ। that means ਜੋ ਸਿਗਨਲ 50 ਹਰਟਜ਼ ਦੇ ਵਿੱਚ ਆ ਰਿਹਾ ਹੈ, ਉਹ ਕੋਰਸਪੋਂਡਿੰਗ ਆਪਣੇ ਕੋਲ ਕਿੰਨੇ ppm ਤੇ ਆਏਗਾ 50/60 ppm। ਇੱਥੋਂ ਤੱਕ ਕਲੀਅਰ ਹੈ। Now in 90 megahertz instrument 1 ppm ਕਿਸ ਨੂੰ correspond ਕਰਦਾ ਹੈ 90 hertz ਨੂੰ, ਹਨਾ। ਤਾਂ ਹੁਣ ਆਪਣੇ ਕੋਲ ਦੇਖੋ ppm ਦੀ ਵੈਲਿਊ ਕਿੰਨੀ ਆ ਰਹੀ ਹੈ ਇੱਥੇ 50/60 ppm। ਤਾਂ ਆਪਾਂ ਦੇਖੋ ਕਨਵਰਟ ਕਿਹਦੇ ਵਿੱਚ ਕਰਨਾ ਹੈ 90 megahertz instrument ਦੇ ਵਿੱਚ ਜੋ ਤੁਹਾਡਾ 50 hertz ਸੀ ਉਹ ਕਿੰਨੇ ਤੇ ਵੈਲਿਊ ਨੂੰ ਅਟੇਨ ਕਰੇਗਾ। ਤਾਂ 50 hertz ਦਾ ਮਤਲਬ ਕਿੰਨਾ ਸਿਗਨਲ ਹੋ ਗਿਆ ਤੁਹਾਡਾ 50/60 ppm। ਤਾਂ ਆਪਾਂ ਕੀ ਕਰਾਂਗੇ ਇਸਦੇ 1 ppm ਨੂੰ ਕਨਵਰਟ ਕਰਾਂਗੇ ਇਸਦੇ ਕੋਰਸਪੋਂਡਿੰਗ ਵੈਲਿਊ ਦੇ ਵਿੱਚ। ਤਾਂ ਇੱਥੇ ਵੈਲਿਊ ਕਿੰਨੀ ਆਏਗੀ ਦੇਖੋ 50/60 ppm ਤਾਂ ਦੇਖੋ ਤੁਹਾਡਾ ਆਣਾ ਹੀ ਹੈ ਇਨਟੂ ਆਪਾਂ ਕਾਦੇ ਵਿੱਚ ਕਨਵਰਟ ਕਰ ਰਹੇ ਹਾਂ ਤੁਹਾਡੇ 90 ਮੈਗਾਹਰਟਜ਼ ਇੰਸਟਰੂਮੈਂਟ ਨੂੰ ਯੂਜ਼ ਕਰ ਰਹੇ ਹਾਂ। ਤਾਂ ਆਪਾਂ ਇੱਥੇ ਮਲਟੀਪਲਾਈ ਕੀ ਕਰ ਦਾਂਗੇ 90, ਤਾਂ ਜੋ ਵੀ ਆਨਸਰ ਇੱਥੇ ਆਏਗਾ ਉਹ 1 ppm ਜੋ ਵੀ ਤੁਹਾਡਾ ਆਨਸਰ ਆਏਗਾ ਉਹ ਤੁਹਾਡੇ 50 ਹਰਟਜ਼ ਜੋ ਤੁਹਾਡਾ ਸਿਗਨਲ ਸੀ ਉਸਨੂੰ ਕਨਵਰਟ ਕਰ ਦੇਗਾ to the corresponding relative position in 90 megahertz instrument। ਤਾਂ ਇਸ ਨੂੰ ਅਗਰ ਤੁਸੀਂ ਸੋਲਵ ਕਰੋਗੇ ਮੈਥਮੈਟੀਕਲ ਸਟੈਪ ਹੈ ਤਾਂ ਇੱਥੇ ਆਨਸਰ ਕਿੰਨਾ ਆਏਗਾ ਤੁਹਾਡਾ 75 ਹਰਟਜ਼। that means ਜੋ ਸਿਗਨਲ ਤੁਹਾਡਾ 60 ਮੈਗਾਹਰਟਜ਼ ਦੇ ਵਿੱਚ 50 ਹਰਟਜ਼ ਨੂੰ ਕੋਰਸਪੋਂਡ ਕਰਦਾ ਹੈ, ਉਹ ਸੇਮ ਸਿਗਨਲ 90 ਮੈਗਾਹਰਟਜ਼ ਇੰਸਟਰੂਮੈਂਟ ਦੇ ਵਿੱਚ ਤੁਹਾਡਾ ਕਿੰਨੇ ਹਰਟਜ਼ ਤੇ ਆਏਗਾ ਤੁਹਾਡਾ 75 ਹਰਟਜ਼ ਦੇ ਉੱਤੇ ਆਏਗਾ। ਤਾਂ ਦੇਖੋ ਕਿੱਦਾਂ ਕੈਲਕੂਲੇਟ ਕਰਨਾ ਹੈ ਨਾ ਸੇਮ। ਹੁਣ ਦੇਖੋ ਜੋ ਤੁਹਾਡਾ 1 ppm ਹੈ ਉਹ ਕਿੰਨੇ ਨੂੰ ਕੋਰਸਪੋਂਡ ਕਰਦਾ ਹੈ ਤੁਹਾਡਾ that is equal to 60 ਹਰਟਜ਼ ਨੂੰ। ਹੁਣ ਆਪਾਂ ਕਿੰਨੇ ਵਾਲਾ ਹਰਟਜ਼ ਦੇਖਣਾ ਹੈ ਸਿਗਨਲ 200 ਹਰਟਜ਼ ਤੇ। that means ਜੋ ਤੁਹਾਡਾ ਸਿਗਨਲ 200 ਹਰਟਜ਼ ਤੇ ਆਂਦਾ ਹੈ ਉਹ ਕਿੰਨੇ ppm ਨੂੰ ਕੋਰਸਪੋਂਡ ਕਰੇਗਾ 200/60 ppm ਨੂੰ। ਨਾਓ ਹੁਣ ਆਪਾਂ ਇਸ ਨੂੰ ਕਨਵਰਟ ਕਰਨਾ ਹੈ ਇਨ 90 ਮੈਗਾਹਰਟਜ਼ ਇੰਸਟਰੂਮੈਂਟ ਦੇ ਅਕੋਰਡਿੰਗ। ਤਾਂ 90 ਮੈਗਾਹਰਟਜ਼ ਮਤਲਬ 90 ਹਰਟਜ਼ ਦੇ ਕੋਰਸਪੋਂਡਿੰਗ ਆਪਾਂ ਇਸ ਨੂੰ ਕਨਵਰਟ ਕਰਨਾ ਹੈ। ਤਾਂ 90 ਹਰਟਜ਼ ਲਈ ਕਿੰਨੇ ਤੇ ਆਏਗਾ ਆਪਾਂ ਇਸ ਨੂੰ ਕੀ ਕਰ ਦਾਂਗੇ 90 ਦੇ ਨਾਲ ਮਲਟੀਪਲਾਈ ਕਰ ਦਾਂਗੇ ਤੇ ਜਦੋਂ ਇਸ ਨੂੰ ਸੋਲਵ ਕਰੋਗੇ ਤਾਂ ਜੋ ਇਸਦਾ ppm ਦੇ ਵਿੱਚ ਆਨਸਰ ਆਏਗਾ ਜੋ ਇਹਦਾ ਕੋਰਸਪੋਂਡਿੰਗ ਹਰਟਜ਼ ਦੇ ਵਿੱਚ ਆਨਸਰ ਆਏਗਾ ਕਿਉਂਕਿ ਆਪਾਂ ਹਰਟਜ਼ ਦੇ ਵਿੱਚ ਕੈਲਕੂਲੇਟ ਕਰ ਰਹੇ ਹਾਂ that comes out to be your 300 ਹਰਟਜ਼। that means ਜੋ ਤੁਹਾਡਾ ਸਿਗਨਲ 200 ਹਰਟਜ਼ ਦੇ ਵਿੱਚ ਆ ਰਿਹਾ ਸੀ in your 60 megahertz instrument ਉਹ ਸੇਮ ਸਿਗਨਲ in 90 megahertz instrument ਦੇ ਵਿੱਚ ਕਿੰਨੇ ਤੇ ਆਏਗਾ ਤੁਹਾਡਾ 300 ਹਰਟਜ਼ ਦੇ ਉੱਪਰ obtained ਹੋਏਗਾ। ਤਾਂ ਇਸ ਤਰ੍ਹਾਂ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਅਗਰ ਤੁਸੀਂ ਸਿਗਨਲ ਨੂੰ ਫ੍ਰੀਕੁਐਂਸੀ ਦੀ ਟਰਮ ਦੇ ਵਿੱਚ ਐਕਸਪ੍ਰੈਸ ਕਰਦੇ ਹੋ ਤਾਂ ਉਹਦੇ ਵਿੱਚ ਜੋ ਉਹਨਾਂ ਦੀ ਪੋਜੀਸ਼ਨ ਹੈ ਉਹ ਚੇਂਜ ਹੋ ਜਾਂਦੀ ਹੈ। ਇਸੇ ਕਰਕੇ ਆਪਾਂ ਫ੍ਰੀਕੁਐਂਸੀ ਦੀ ਜਗ੍ਹਾ ਆਪਾਂ ਜੋ ਵੀ ਸਿਗਨਲ ਨੂੰ ਐਕਸਪ੍ਰੈਸ ਕਰਦੇ ਹਾਂ that is in terms of your ppm ਕਿਉਂਕਿ ppm ਦੇ ਵਿੱਚ ਜੋ ਪੋਜੀਸ਼ਨ ਹੈ ਸਿਗਨਲ ਦੀ ਉਹ ਕੀ ਰਹਿੰਦੀ ਹੈ ਤੁਹਾਡੀ ਸੇਮ ਰਹਿੰਦੀ ਹੈ। ਨਾਓ ਨੈਕਸਟ ਕੁਐਸਚਨ ਹੈ ਕਿ ਜੋ ਤੁਸੀਂ 50 ਹਰਟਜ਼ ਸਿਗਨਲ ਹੈ ਉਹਨੂੰ ਡੈਲਟਾ ਤੇ ਟਾਓ ਯੂਨਿਟਸ ਦੇ ਵਿੱਚ ਕਨਵਰਟ ਕਰੋ। ਤਾਂ ਦੇਖੋ ਡੈਲਟਾ ਲਈ ਕੀ ਕਰਦੇ ਹੋ ਜਿੰਨਾ ਤੁਹਾਨੂੰ ਗਿਵਨ ਸਿਗਨਲ ਹੈ ਕਿੰਨਾ ਦਿੱਤਾ ਹੈ 50 ਹਰਟਜ਼ ਤਾਂ 50 ਹਰਟਜ਼ ਡਿਵਾਈਡਡ ਬਾਈ ਇੰਸਟਰੂਮੈਂਟ ਕਿੰਨਾ ਸੀ ਤੁਹਾਡੇ ਕੋਲੇ 60 ਮੈਗਾਹਰਟਜ਼ ਦਾ ਤਾਂ ਤੁਸੀਂ ਲਿਖੋਗੇ 60 ਮੈਗਾਹਰਟਜ਼ into 10 raised power 6। ਤਾਂ ਅਗਰ ਇਸ ਨੂੰ ਤੁਸੀਂ ਸੋਲਵ ਕਰਦੇ ਹੋ ਤਾਂ ਸੋਲਵ ਕਰਕੇ ਦੇਖੋ ਕਿੰਨਾ ਆਨਸਰ ਆਏਗਾ। ਤਾਂ ਦੇਖੋ ਇਸ ਦੇਖੋ ਯੂਨਿਟ ਕੈਨਸਲ ਕਰਨੀਆਂ ਹੁੰਦੀਆਂ ਨੇ ਮੈਗਾਹਰਟਜ਼ ਹੈ ਤਾਂ ਮੈਗਾਹਰਟਜ਼ ਨੂੰ ਪਹਿਲਾਂ ਕਨਵਰਟ ਕਰ ਲਓ ਤੁਹਾਡੇ ਕੋਰਸਪੋਂਡਿੰਗ ਹਰਟਜ਼ ਦੇ ਵਿੱਚ। ਤਾਂ 1 ਮੈਗਾਹਰਟਜ਼ ਇਜ਼ ਇਕੁਅਲ ਟੂ ਯੂਅਰ 10 raised to power 6 ਹਰਟਜ਼। ਤਾਂ ਤੁਸੀਂ ਦੇਖ ਸਕਦੇ ਹੋ 10 ਪਾਵਰ 6 ਦੇ ਨਾਲ 10 ਪਾਵਰ 6 ਕੈਨਸਲ, ਹਰਟਜ਼ ਦੇ ਨਾਲ ਹਰਟਜ਼ ਕੈਨਸਲ, ਜੋ ਵੀ ਆਨਸਰ ਆਏਗਾ that will be in the ppm। ਇਸ ਨੂੰ ਸੋਲਵ ਕਰੋਗੇ ਆਨਸਰ ਕਿੰਨਾ ਆਏਗਾ 0.83 ppm 0.83 ppm। ਤਾਂ ਅਗਰ ਤੁਹਾਨੂੰ ਆਨਸਰ ਪੁੱਛ ਰਹੇ ਨੇ ਟਾਓ ਸਕੇਲ ਦੇ ਵਿੱਚ ਟਾਓ ਕੀ ਹੁੰਦਾ ਹੈ 10 ਮਾਈਨਸ ਡੈਲਟਾ ਤਾਂ ਆਨਸਰ ਕਿੰਨਾ ਆਏਗਾ 10 ਮਾਈਨਸ 0.83 that means it comes out to be your 9.17। Now we will discuss some of the factors ਜੋ ਤੁਹਾਡੇ chemical shift ਨੂੰ ਇਫੈਕਟ ਕਰਦੇ ਨੇ। ਕੱਲ ਵੀ ਦੇਖੋ ਆਪਾਂ ਡਿਸਕਸ ਕਰ ਰਹੇ ਸੀ ਕਿ ਕਿਹੜਾ ਪ੍ਰੋਟੋਨ ਤੁਹਾਡਾ ਸ਼ੀਲਡਡ ਹੋਏਗਾ ਕਿਹੜਾ ਡੀਸ਼ੀਲਡਡ ਹੋਏਗਾ ਹਨਾ। ਤਾਂ ਮੈਂ ਤੁਹਾਨੂੰ ਕਿਹਾ ਸੀ ਸ਼ੀਲਡਿੰਗ ਪ੍ਰੋਟੋਨ ਦਾ ਮਤਲਬ ਕੀ ਹੈ ਕਿ ਸ਼ੀਲਡਿੰਗ ਦਾ ਮਤਲਬ ਕੀ ਹੈ ਕਿ ਉਸ ਕੋਲ ਇਲੈਕਟ੍ਰੋਨ ਡੈਂਸਿਟੀ ਕੀ ਹੈ ਹਾਈ ਹੈ। ਸ਼ੀਲਡਿੰਗ ਦਾ ਮਤਲਬ ਕੀ ਹੈ ਕਿ ਉਸ ਕੋਲ ਇਲੈਕਟ੍ਰੋਨ ਡੈਂਸਿਟੀ ਕੀ ਹੈ ਤੁਹਾਡੀ ਹਾਈ ਹੈ। ਐਂਡ ਜੋ ਤੁਹਾਡਾ ਡੀਸ਼ੀਲਡਿੰਗ ਹੈ ਡੀਸ਼ੀਲਡਿੰਗ ਮਤਲਬ ਉੱਥੇ ਇਲੈਕਟ੍ਰੋਨ ਦੀ ਡੈਂਸਿਟੀ ਕੀ ਹੈ ਤੁਹਾਡੀ
ਲੈਸ ਹੈ, ਇਲੈਕਟ੍ਰੋਨ ਦੀ ਜੋ ਡੈਂਸਿਟੀ ਹੈ that is ਲੈਸ। ਤਾਂ ਕਿਹੜੇ ਫੈਕਟਰ ਤੁਹਾਡੀ ਇਲੈਕਟ੍ਰੋਨ ਡੈਂਸਿਟੀ ਨੂੰ ਇਫੈਕਟ ਕਰਦੇ ਨੇ ਉਹ ਆਪਾਂ ਇੱਥੇ ਡਿਸਕਸ ਕਰਨੇ ਨੇ। that will directly affect shielding and deshielding of your proton nucleus, ਜਿਸ ਦੇ ਨਾਲ ਜੋ ਤੁਹਾਡੇ ਸਿਗਨਲ ਨੇ ਅਪਫੀਲਡ ਜਾਂ ਡਾਊਨਫੀਲਡ ਅਕਰ ਹੁੰਦੇ ਨੇ। ਤਾਂ ਜੋ ਪਹਿਲਾ ਫੈਕਟਰ ਹੈ that is your inductive effect। ਤਾਂ ਤੁਹਾਨੂੰ ਪਤਾ ਹੈ, ਦੇਖੋ ਅਗਰ ਜੋ ਤੁਹਾਡਾ ਗਰੁੱਪ ਹੈ ਏਦਾਂ ਦਾ ਗਰੁੱਪ ਹੈ ਜੋ ਇਲੈਕਟ੍ਰੋਨ ਨੂੰ ਆਪਣੀ ਤਰਫ ਅਟਰੈਕਟ ਕਰਦਾ ਹੈ, ਫੋਰ ਐਗਜ਼ਾਮਪਲ ਜਿਸਨੂੰ ਆਪਾਂ ਬੋਲਦੇ ਹਾਂ ਤੁਹਾਡਾ ਮਾਈਨਸ ਆਈ ਇਫੈਕਟ ਸ਼ੋ ਕਰਦਾ ਹੈ, ਜਿਨ੍ਹਾਂ ਦੇ ਵਿੱਚ ਬੇਸਿਕਲੀ ਤੁਹਾਡੇ ਕਿਹੜੇ ਆ ਜਾਂਦੇ ਨੇ ਇਲੈਕਟ੍ਰੋਨੈਗੇਟਿਵ ਐਟਮ, ਜਿੱਦਾਂ ਕਿ ਹੈਲੋਜਨ ਨੇ। ਤਾਂ ਉਹ ਹੈਲੋਜਨ ਕੀ ਕਰਨਗੇ, ਇਲੈਕਟ੍ਰੋਨ ਨੂੰ ਆਪਣੀ ਤਰਫ ਅਟਰੈਕਟ ਕਰਨਗੇ। ਅਗਰ ਇਲੈਕਟ੍ਰੋਨ ਨੂੰ ਆਪਣੀ ਤਰਫ ਅਟਰੈਕਟ ਕਰ ਰਹੇ ਨੇ ਤਾਂ ਉਹ ਕੀ ਕਰਨਗੇ, ਜੋ ਤੁਹਾਡਾ ਪ੍ਰੋਟੋਨ ਨਿਊਕਲੀਅਸ ਹੈ ਉਹਦੇ ਕੋਲ ਇਲੈਕਟ੍ਰੋਨ ਡੈਂਸਿਟੀ ਕੀ ਹੋ ਜਾਏਗੀ, ਤੁਹਾਡੀ ਲੈਸ ਹੋ ਜਾਏਗੀ। ਇਲੈਕਟ੍ਰੋਨ ਡੈਂਸਿਟੀ ਕੀ ਕਰ ਜਾਏਗੀ, डिक्रीज कर देगी। तो अगर उसको इलेक्ट्रॉन डेंसिटी डिक्रीज कर गई दैट मीन्स उसकी की होगी डीशिल्डिंग। जिन्नी ज्यादा डीशिल्डिंग होएगी डेल्टा वैल्यू उन्नी ही की होएगी थोड़ी ज्यादा होएगी। सो दैट इज वाई जिन्नी ज्यादा डीशिल्डिंग होंदी है डेल्टा वैल्यू उन्नी ही ज्यादा आएगी एंड दैट डिपेंड्स अपॉन द इलेक्ट्रोनेगेटिविटी। तो जिन्ना ज्यादा कोई एटम इलेक्ट्रोनेगेटिव उसके नाल अटैच होएगा उन्ना ही ज्यादा इलेक्ट्रॉन डेंसिटी ਨੂੰ ਉਹ ਆਪਣੀ ਤਰਫ ਅਟਰੈਕਟ ਕਰੇਗਾ। that means हाइड्रोजन ਤੇ इलेक्ट्रॉन डेंसिटी थोड़ी डिक्रीज कर जाएगी। that means प्रोटॉन डीशिल्डेड हो जाएगा। जिन्ना ज्यादा प्रोटॉन डीशिल्डेड होएगा उसकी डेल्टा वैल्यू उन्नी ही की होएगी थोड़ी ज्यादा होएगी। ਤਾਂ ਅਗਰ ਆਪਾਂ ਇੱਥੇ ਦੇਖੋ ਡਿਸਕਸ ਕਰੀਏ ਕਿ ਮੰਨ ਲਓ ਲੈਟ ਅਸ ਸਪੋਜ਼ ਤੁਹਾਡੇ ਇੱਥੇ ਇਥਾਈਲ ਕਲੋਰਾਈਡ ਹੈ, ਤਾਂ ਇੱਥੇ ਆਪਾਂ ਕੱਲ ਡਿਸਕਸ ਕੀਤਾ ਸੀ ਕਿ ਇਨ ਕੇਸ ਆਫ ਯਰ ਇਥਾਈਲ ਕਲੋਰਾਈਡ ਤੁਹਾਡੇ ਦੋ ਸਿਗਨਲ ਆਬਟੇਨ ਹੁੰਦੇ ਨੇ A ਤੇ B। ਹੁਣ ਦੇਖੋ ਆਪਾਂ ਇੱਥੇ ਡਿਸਕਸ ਕੀ ਕਰਨਾ ਅੱਜ ਇਹਨਾਂ ਦੀ ਪੋਜੀਸ਼ਨ ਬਾਰੇ ਕਿ ਦੋਨਾਂ ਦੇ ਵਿੱਚੋਂ ਕਿਹੜਾ ਅਪਫੀਲਡ ਆਏਗਾ ਤੇ ਕਿਹੜਾ ਡਾਊਨਫੀਲਡ ਆਏਗਾ। ਤਾਂ ਜੋ ਤੁਹਾਡਾ A ਸਿਗਨਲ ਹੈ ਉਸ ਦੇ ਨਾਲ ਦੇਖੋ ਡਾਇਰੈਕਟਲੀ ਕਲੋਰੀਨ ਅਟੈਚਡ ਹੈ, ਜਿਸ ਕਰਕੇ ਕਲੋਰੀਨ ਕੀ ਕਰੇਗਾ, ਇਸ ਪ੍ਰੋਟੋਨ ਕੋਲ ਇਲੈਕਟ੍ਰੋਨ ਡੈਂਸਿਟੀ ਕੀ ਹੋਏਗੀ, ਸਭ ਤੋਂ ਘੱਟ ਜਾਏਗੀ। ਬਿਕੋਜ਼ ਇੱਥੇ ਜੋ ਇਲੈਕਟ੍ਰੋਨੈਗੇਟਿਵ ਐਟਮ ਹੈ ਉਹ ਡਾਇਰੈਕਟਲੀ ਇਨ ਕੰਟੈਕਟ ਦੇ ਵਿੱਚ ਹੈ, ਜਿਸ ਕਰਕੇ ਜੋ A ਵਾਲੇ ਪ੍ਰੋਟੋਨ ਨੇ ਉਹਨਾਂ ਦੀ ਜੋ ਡੀਸ਼ਿਲਡਿੰਗ ਹੈ ਸਭ ਤੋਂ ਜ਼ਿਆਦਾ ਹੋਏਗੀ। अगर A वाले प्रोटोन की डीशिल्डिंग ज्यादा है तो दैट मींस उसका जो डेल्टा वैल्यू है वो ज्यादा आएगा, सिग्नल की आएगा थोड़ा डाउनफील्ड आएगा। तो इस तरह तुसी ऑन एंड कंपैरिजन करके पोजीशन ऑफ सिग्नल दस सकते हो कि पर्टिकुलर जो प्रोटोन है वो अपफील्ड आएगा या थोड़ा डाउनफील्ड आएगा। तो जिन्ने ज्यादा इलेक्ट्रॉन डोनेटिंग ग्रुप अटैच होंगे, इलेक्ट्रॉन सॉरी विदड्रॉइंग ग्रुप लगे होंगे, उन्ना ही वो इलेक्ट्रॉन अपनी तरफ अट्रैक्ट करेंगे, प्रोटोन ते इलेक्ट्रॉन डेंसिटी ਨੂੰ ਘਟਾਣਗੇ, जिस दे नाल उसकी डीशिल्डिंग होएगी। डीशिल्डिंग दे नाल जो थोड़ा सिग्नल है वो डाउनफील्ड आएगा, डेल्टा वैल्यू की होएगी थोड़ी इंक्रीज करेगी। ऑन द अदर हैंड अगर थोड़ा सिस्टम दे विच इलेक्ट्रॉन डोनेटिंग ग्रुप प्रेजेंट है तो इलेक्ट्रॉन डोनेटिंग ग्रुप प्रोटोन दे ऊपर इलेक्ट्रॉन डेंसिटी ਨੂੰ इंक्रीज करेगा। अगर इलेक्ट्रॉन डेंसिटी थोड़ी इंक्रीज करेगी तो थोड़ा शील्डिंग होएगी, शील्डिंग होने दे नाल सिग्नल अपफील्ड आएगा, उसकी डेल्टा वैल्यू उन्नी ही की होएगी थोड़ी ਲੈਸ ਹੋਏਗੀ। ਸੋ ਤੁਸੀਂ ਇਹ ਫੈਕਟਰ ਨੂੰ ਬਹੁਤ ਹੀ ਧਿਆਨ ਦੇ ਵਿੱਚ ਰੱਖਣਾ ਹੈ ਕਿ ਅਗਰ ਜਿੰਨਾ ਜ਼ਿਆਦਾ ਕੋਈ ਸਿਗਨਲ ਇਲੈਕਟ੍ਰੋਨੈਗੇਟਿਵ ਹੋਏਗਾ, ਲੈਟਸ ਸਪੋਜ਼ ਕਿ ਤੁਹਾਡੇ ਕੋਲ ਇੱਕ CF ਬੌਂਡ ਹੈ, CHCF ਹੈ, ਇੱਕ CHCl ਹੈ, ਇੱਕ CHBr ਹੈ, ਇੱਕ ਹੈ ਤੁਹਾਡੇ ਕੋਲ CHI ਹੈ। ਤਾਂ ਅਗਰ ਤੁਹਾਨੂੰ ਮੈਂ ਕੰਪੇਅਰ ਕਰਾਂ ਕਿ ਇਹਨਾਂ ਵਿੱਚ ਕੰਪੇਅਰ ਕਰੋ ਡੈਲਟਾ ਵੈਲਿਊ ਦਾ ਆਰਡਰ ਕੀ ਆਏਗਾ, ਤਾਂ ਕਿਹਦੀ ਡੈਲਟਾ ਵੈਲਿਊ ਸਭ ਤੋਂ ਜ਼ਿਆਦਾ ਆਏਗੀ, ਕਿਸ ਦੀ ਡੈਲਟਾ ਵੈਲਿਊ ਸਭ ਤੋਂ ਘੱਟ ਆਏਗੀ। ਤਾਂ ਕੰਪੇਅਰ ਕਰੋ, देखो इत्थे की है जो सिग्नल आना है ड्यू टू द प्रोटोन आना है ना। फ्लोरीन की है दैट इज द मोस्ट इलेक्ट्रोनेगेटिव एटम, तो इलेक्ट्रॉन डेंसिटी ਨੂੰ ਸਭ ਤੋਂ ਜ਼ਿਆਦਾ ਆਪਣੀ ਤਰਫ ਅਟਰੈਕਟ ਕਰੇਗਾ। ਅਟਰੈਕਸ਼ਨ ਕਰਕੇ ਜੋ ਇੱਥੇ ਜੋ ਹਾਈਡਰੋਜਨ ਪ੍ਰੈਜ਼ੈਂਟ ਹੈ ਇਹਦੇ ਉੱਪਰ ਇਲੈਕਟ੍ਰੋਨ ਡੈਂਸਿਟੀ ਕੀ ਹੋਏਗੀ, ਤੁਹਾਡੀ ਲੀਸਟ ਹੋਏਗੀ। ਇਲੈਕਟ੍ਰੋਨ ਡੈਂਸਿਟੀ ਕੀ ਹੋਏਗੀ ਤੁਹਾਡੀ ਇੱਥੇ ਲੀਸਟ ਹੋਏਗੀ। ਅਗਰ ਇਲੈਕਟ੍ਰੋਨ ਡੈਂਸਿਟੀ ਇੱਥੇ ਸਭ ਤੋਂ ਘੱਟ ਹੈ दैट मींस प्रोटॉन की होएगा डी शिल्डेड सब तो ज्यादा होएगा। अगर डी शिल्डेड सब तो ज्यादा है तो जो इसकी डेल्टा वैल्यू है वो की आएगी, सब तो ज्यादा आएगी। डेल्टा वैल्यू की आएगी इसकी सब तो ज्यादा आएगी। तो दैट मींस जो थोड़ा हाइड्रोजन है जिसके विच फ्लोरीन प्रेजेंट है उसकी डेल्टा वैल्यू की आएगी मैक्सिमम आएगी। ऑन द अदर हैंड जो थोड़ा हाइड्रोजन है वो आयोडीन वाले कार्बन ਦੇ ਨਾਲ ਅਟੈਚਡ ਹੈ, ਉਹਦੇ ਨਾਲ ਜੋ ਡੈਲਟਾ ਵੈਲਿਊ ਆਏਗੀ ਉਹ ਕੀ ਆਏਗੀ, ਤੁਹਾਡੀ ਮਿਨੀਮਮ ਆਏਗੀ। ਤਾਂ ਇਸ ਤਰ੍ਹਾਂ ਤੁਸੀਂ ਆਪਣੇ ਗਿਵਨ ਜੋ ਵੀ ਤੁਹਾਨੂੰ ਆਪਸ਼ਨਸ ਮੋਲੀਕਿਊਲ ਗਿਵਨ ਨੇ ਉਹਨਾਂ ਦੇ ਵਿੱਚ ਕੰਪੇਅਰ ਕਰ ਸਕਦੇ ਹੋ ਡੈਲਟਾ ਵੈਲਿਊ ਦਾ ਆਰਡਰ डिपेंडिंग अपॉन द शील्डिंग एंड डी शील्डिंग ऑफ योर सिग्नल।
ਨਾਓ ਦੇਖੋ ਡਿਫਰੈਂਟ ਟਾਈਪ ਦੇ ਨਾਲ ਹਾਈਡਰੋਜਨ ਅਟੈਚਡ ਹੋ ਸਕਦੇ ਨੇ ਹਨਾ, ਤਾਂ ਉਹਨਾਂ ਦੇ ਕੋਰਸਪੋਂਡਿੰਗ ਤੁਹਾਨੂੰ ਡਿਫਰੈਂਟ ਵੈਲਿਊਜ਼ ਮਿਲਦੀਆਂ ਨੇ। ਤਾਂ ਮੈਂ ਇੱਕ ਟੇਬਲ ਜਨਰੇਟ ਕਰ ਦਿੱਤਾ ਹੈ ਜਿਸ ਦੇ ਵੈਲਿਊ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ ਕਿ ਕਿਸ ਹਾਈਡਰੋਜਨ ਦੇ ਨਾਲ ਜੋ ਤੁਹਾਡਾ ਐਟਮ ਅਟੈਚਡ ਹੈ ਉਸ ਦੀ ਵੈਲਿਊ ਕਿਸ ਰੀਜਨ ਦੇ ਵਿੱਚ ਲਾਈ ਕਰ ਸਕਦੀ ਹੈ। ਤਾਂ ਦੇਖੋ 0.5 ਤੋਂ ਲੈ ਕੇ 2 ਦੇ ਵਿੱਚ, ਤਾਂ ਹਾਈਡਰੋਜਨ ਅਗਰ ਤੁਹਾਡਾ sp3 ਕਾਰਬਨ ਦੇ ਨਾਲ ਅਟੈਚਡ ਹੈ ਤਾਂ ਉਸ ਦੀ ਜੋ ਵੈਲਿਊ ਹੈ 0.5 ਤੋਂ ਲੈ ਕੇ 2 ਦੇ ਵਿੱਚ ਆਉਂਦੀ ਹੈ। ਔਨ ਦਾ ਅਦਰ ਹੈਂਡ ਕਿ ਅਗਰ ਤੁਹਾਡਾ ਹਾਈਡਰੋਜਨ sp3 ਕਾਰਬਨ ਦੇ ਨਾਲ ਤਾਂ ਅਟੈਚਡ ਹੈ ਪਰ ਉਸ ਦੇ ਨਾਲ ਕੋਈ ਇਲੈਕਟ੍ਰੋਨੈਗੇਟਿਵ ਐਟਮ ਅਟੈਚਡ ਹੈ, ਜਿੱਦਾਂ ਕਿ ਆਪਾਂ ਹੁਣੇ ਡਿਸਕਸ ਕੀਤਾ ਹੈ CHF ਵਾਲਾ ਹੈ ਨਾ, ਆਹ ਕਾਰਬਨ ਕੀ ਹੈ sp3 ਹਾਈਬ੍ਰਿਡਾਈਜ਼ਡ ਹੋਏਗਾ ਪਰ ਉਸ ਦੇ ਨਾਲ ਕੋਈ ਇਲੈਕਟ੍ਰੋਨੈਗੇਟਿਵ ਐਟਮ ਅਟੈਚਡ ਹੈ, ਤਾਂ ਇਲੈਕਟ੍ਰੋਨੈਗੇਟਿਵ ਐਟਮ ਅਟੈਚਡ ਹੋਣ ਕਰਕੇ ਸਿਗਨਲ ਡੀਸ਼ੀਲਡਡ ਹੋ ਜਾਏਗਾ, ਜਿਸ ਕਰਕੇ ਉਸਦੀ ਵੈਲਿਊ ਕੀ ਆਏਗੀ, ਡਾਊਨਫੀਲਡ ਆਏਗੀ, ਜ਼ਿਆਦਾ ਆਏਗੀ ਡੈਲਟਾ ਵੈਲਿਊ। ਤਾਂ ਉਸਦੀ ਜੋ ਵੈਲਿਊ ਹੈ ਕਿਹਦੇ ਵਿੱਚ ਆਏਗੀ ਤੁਹਾਡੀ 2 ਤੋਂ ਲੈ ਕੇ 5 ਤੱਕ ਆਏਗੀ। ਐਂਡ ਅਗਰ ਤੁਹਾਡਾ ਜੋ ਹਾਈਡਰੋਜਨ ਹੈ ਉਹ sp2 ਕਾਰਬਨ ਦੇ ਨਾਲ ਅਟੈਚਡ ਹੈ ਤਾਂ ਉਸਦੀ ਜੋ ਵੈਲਿਊ ਹੈ ਜਨਰਲੀ 5 ਤੋਂ ਲੈ ਕੇ 8.5 ਦੇ ਵਿੱਚ ਆਉਂਦੀ ਹੈ। ਅਗਰ ਤੁਹਾਡਾ ਜੋ ਹਾਈਡਰੋਜਨ ਹੈ ਉਹ ਕਾਰਬੋਨਿਲ ਬੌਂਡ ਦੇ ਨਾਲ ਅਟੈਚਡ ਹੈ ਤਾਂ ਉਸਦੀ ਵੈਲਿਊ 8.5 ਤੋਂ 10 ਦੇ ਵਿੱਚ, ਫੋਰ ਐਗਜ਼ਾਮਪਲ ਜਿਵੇਂ ਤੁਹਾਡਾ ਐਲਡੀਹਾਈਡ ਹੈ। ਅਗਰ ਤੁਹਾਡਾ ਜੋ ਕਾਰਬੋਕਸਿਲਿਕ ਐਸਿਡ ਹੈ ਉਸਦੇ ਵਿੱਚ ਜੋ ਹਾਈਡਰੋਜਨ ਪ੍ਰੈਜ਼ੈਂਟ ਹੈ ਉਸਦੀ ਜੋ ਵੈਲਿਊ ਹੈ ਉਹ 10 ਤੋਂ ਲੈ ਕੇ 12 ਦੇ ਆਸ-ਪਾਸ ਆਉਂਦੀ ਹੈ। ਸੋ ਦੈਟ ਇਜ਼ ਦਾ ਵੈਰੀ ਕਾਮਨ ਜਨਰਲ ਇੱਕ ਟੇਬਲ ਬਣਾਤਾ ਜਿਸ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ ਅਗਰ ਤੁਹਾਡਾ ਕਾਰਬਨ ਪਿਓਰਲੀ sp3 ਹਾਈਬ੍ਰਿਡਾਈਜ਼ਡ ਹੈ ਤਾਂ ਉਸਦੀ ਵੈਲਿਊ 0.5 ਤੋਂ 2 ਦੇ ਵਿੱਚ ਆਏਗੀ। ਅਗਰ ਹਾਈਡਰੋਜਨ ਤੁਹਾਡਾ sp3 ਕਾਰਬਨ ਦੇ ਨਾਲ ਅਟੈਚਡ ਹੈ ਬਟ ਉੱਥੇ ਇਲੈਕਟ੍ਰੋਨੈਗੇਟਿਵ ਐਟਮ ਵੀ ਪ੍ਰੈਜ਼ੈਂਟ ਹੈ ਤਾਂ ਉਸਦੀ ਵੈਲਿਊ 2 ਤੋਂ 5 ਆਏਗੀ। ਅਗਰ ਤੁਹਾਡਾ ਹਾਈਡਰੋਜਨ sp2 ਕਾਰਬਨ ਦੇ ਨਾਲ ਅਟੈਚਡ ਹੈ ਤਾਂ ਉਸਦੀ ਵੈਲਿਊ 5 ਤੋਂ ਲੈ ਕੇ 8.5 ਦੇ ਵਿੱਚ। ਅਗਰ ਤੁਹਾਡਾ ਹਾਈਡਰੋਜਨ ਕਾਰਬੋਨਿਲ ਕਾਰਬਨ ਦੇ ਨਾਲ ਅਟੈਚਡ ਹੈ ਉਸਦੀ ਵੈਲਿਊ 8.5 ਤੋਂ ਲੈ ਕੇ 10 ਦੇ ਵਿੱਚ ਆਉਂਦੀ ਹੈ। ਸੋ ਦੈਟ ਇਜ਼ ਅ ਵੈਰੀ ਜਨਰਲ ਆਈਡੀਆ ਕਿ ਅਗਰ ਤੁਹਾਨੂੰ ਪਾਰਟਿਕੂਲਰ ਵੈਲਿਊਜ਼ ਯਾਦ ਨਹੀਂ ਹੁੰਦੀਆਂ ਤਾਂ ਤੁਸੀਂ ਇੱਕ ਰਫਲੀ ਆਈਡੀਆ ਤੋਂ ਲੈ ਕੇ ਉਸਦੇ ਸਿਗਨਲਸ ਨੂੰ ਕੀ ਕਰ ਸਕਦੇ ਹੋ, ਡਿਫਾਈਨ ਕਰ ਸਕਦੇ ਹੋ। ਤਾਂ ਦੇਖੋ ਨੀਚੇ ਮੈਂ ਪਾਰਟਿਕੂਲਰ ਹਰ ਕੇਸ ਦੇ ਲਈ ਤੁਹਾਨੂੰ ਵੈਲਿਊ ਲਿਖ ਦਿੱਤੀਆਂ ਨੇ ਕਿ ਇਸ ਕੇਸ ਦੇ ਵਿੱਚ ਕਿੰਨੀ ਵੈਲਿਊ ਆਉਂਦੀ ਹੈ। ਤਾਂ ਅਗਰ ਤੁਹਾਡਾ ਜੋ ਕਾਰਬਨ ਹੈ ਹਾਈਡਰੋਜਨ ਹੈ ਉਹ ਪ੍ਰਾਇਮਰੀ ਹਾਈਡਰੋਜਨ ਹੈ ਤਾਂ ਉਹਦੀ ਵੈਲਿਊ ਕਿੰਨੀ ਆਉਂਦੀ ਹੈ 0.9। ਅਗਰ ਤੁਹਾਡਾ ਸੈਕੰਡਰੀ ਕਾਰਬਨ ਹੈ, ਸੈਕੰਡਰੀ ਕਾਰਬਨ ਦੇ ਨਾਲ ਜਿਹੜਾ ਹਾਈਡਰੋਜਨ ਅਟੈਚਡ ਹੈ ਉਸਦੀ ਵੈਲਿਊ 1.3। ਟਰਸ਼ਰੀ ਕਾਰਬਨ ਦੇ ਨਾਲ ਜੋ ਤੁਹਾਡਾ ਹਾਈਡਰੋਜਨ ਹੈ ਉਸਦੀ ਵੈਲਿਊ ਕਿੰਨੀ ਆਉਂਦੀ ਹੈ 1.5। ਅਗਰ ਤੁਹਾਡਾ ਵਿਨਾਇਲਿਕ ਹਾਈਡਰੋਜਨ ਹੈ, ਦੇਖੋ ਇਸ ਹਾਈਡਰੋਜਨ ਨੂੰ ਆਪਾਂ ਬੋਲਦੇ ਹਾਂ ਵਿਨਾਇਲਿਕ, ਤਾਂ ਉਸਦੀ ਜੋ ਪੋਜੀਸ਼ਨ ਹੈ ਉਹ ਕਿੰਨੇ ਤੇ ਆਉਂਦੀ ਹੈ 4.6 to 5.9। ਅਗਰ ਤੁਹਾਡਾ ਅਲਾਈਲਿਕ ਹਾਈਡਰੋਜਨ ਹੈ, ਇਸ ਹਾਈਡਰੋਜਨ ਨੂੰ ਆਪਾਂ ਬੋਲਦੇ ਹਾਂ ਅਲਾਈਲਿਕ ਹਾਈਡਰੋਜਨ, ਤਾਂ ਇਸ ਦੀ ਵੈਲਿਊ ਕਿੰਨੇ ਤੇ ਆਉਂਦੀ ਹੈ 1.5। ਤਾਂ ਦੇਖੋ ਆ ਸਾਰੇ ਕੇਸ ਦੇਖੋ ਇਹਦੇ ਵਿੱਚ ਕਾਰਬਨ sp3 ਹਾਈਬ੍ਰਿਡਾਈਜ਼ਡ ਹੈ ਪਰ ਇਲੈਕਟ੍ਰੋਨੈਗੇਟਿਵ ਐਟਮ ਅਟੈਚਡ ਹੈ ਤਾਂ ਇਹਨਾਂ ਦੀ ਵੈਲਿਊ 2 to 5 ppm ਦੇ ਵਿੱਚ ਆਉਂਦੀ ਹੈ। ਤਾਂ ਆਪਾਂ ਹੁਣੇ ਡਿਸਕਸ ਕੀਤਾ ਹੈ ਕਿ ਅਗਰ ਫਲੋਰੀਨ ਹੈ, ਫਲੋਰੀਨ ਮੋਸਟ ਇਲੈਕਟ੍ਰੋਨੈਗੇਟਿਵ ਕਰਕੇ ਸਿਗਨਲ ਨੂੰ ਸਭ ਤੋਂ ਜ਼ਿਆਦਾ ਡੀਸ਼ੀਲਡ ਕਰਦਾ ਹੈ, ਇਸ ਕਰਕੇ ਇਸ ਦੀ ਡੈਲਟਾ ਵੈਲਿਊ ਐਸ ਕੰਪੇਅਰ ਟੂ ਦਾ ਅਦਰ ਕੀ ਹੈ, ਸਭ ਤੋਂ ਜ਼ਿਆਦਾ ਹੈ। ਤਾਂ ਇਸ ਤਰ੍ਹਾਂ ਕਰਕੇ ਤੁਸੀਂ ਕੰਪੇਅਰ ਕਰ ਸਕਦੇ ਹੋ ਆਪਣੀ ਸਿਗਨਲਸ ਦੀ ਵੈਲਿਊ। ਤਾਂ ਅਗਰ ਤੁਹਾਡਾ ਦੇਖੋ ਆਕਸੀਜਨ ਦੇ ਨਾਲ ਤੁਹਾਡਾ CH3 ਗਰੁੱਪ ਹੈ ਤਾਂ ਉਹ ਹਾਈਡਰੋਜਨ ਦੀ ਵੈਲਿਊ 3.5 ਤੋਂ 4 ਆਉਂਦੀ ਹੈ। ਅਗਰ CH2 ਹੈ ਗਰੁੱਪ ਨਾਲ ਅਟੈਚ ਤਾਂ 4 to 4.5 ਦੇ ਵਿੱਚ ਆਉਂਦੀ ਹੈ। ਐਂਡ ਅਗਰ ਜੋ ਆਕਸੀਜਨ ਦੇ ਨਾਲ ਤੁਹਾਡਾ CH ਗਰੁੱਪ ਹੈ ਤਾਂ ਉਸਦੀ ਵੈਲਿਊ 4.5 ਤੋਂ ਜ਼ਿਆਦਾ ਆਉਂਦੀ ਹੈ। ਔਨ ਦਾ ਅਦਰ ਹੈਂਡ ਕਿ ਅਗਰ ਜੋ ਤੁਹਾਡਾ ਹਾਈਡਰੋਜਨ ਹੈ ਉਹ ਬੈਂਜ਼ੀਨ ਦੇ ਨਾਲ ਅਟੈਚਡ ਹੈ ਤਾਂ ਉਸਦੀ ਵੈਲਿਊ ਜਨਰਲੀ 7.25 ਆਉਂਦੀ ਹੈ, but due to the presence of some other factor electron donating or electron withdrawing ਜੋ ਉਸਦੀ ਵੈਲਿਊ ਹੈ ਜਨਰਲੀ 6 ਤੋਂ ਲੈ ਕੇ 8.5 ਦੇ ਵਿੱਚ ਲਾਈ ਕਰ ਸਕਦੀ ਹੈ। ਔਨ ਦਾ ਅਦਰ ਹੈਂਡ ਕਿ ਅਗਰ ਤੁਹਾਡਾ ਬੈਂਜ਼ਾਈਲਿਕ ਹਾਈਡਰੋਜਨ ਹੈ ਤਾਂ ਉਸਦੀ ਜੋ ਵੈਲਿਊ ਹੈ ਉਹ ਕਿੰਨੇ ਤੇ ਆਉਂਦੀ ਹੈ ਤੁਹਾਡੀ 2.2 ਤੇ ਆਉਂਦੀ ਹੈ। ਤਾਂ ਕੁਝ ਐਗਜ਼ਾਮਪਲਸ ਲਿਖੀਆਂ ਹੋਈਆਂ ਨੇ ਜਿਨ੍ਹਾਂ ਦੇ ਆਪਾਂ ਉਹਨਾਂ ਨੂੰ ਕੁਐਸਚਨ ਨੂੰ ਅਟੈਂਪਟ ਕਰਦੇ ਹਾਂ ਕਿ ਉਸਦੀ ਵੈਲਿਊ ਕਿੱਥੇ ਆ ਸਕਦੀ ਹੈ। ਤਾਂ ਦੇਖੋ ਤੁਹਾਨੂੰ ਪਤਾ ਹੈ ਫਸਟ ਐਗਜ਼ਾਮਪਲ ਹੈ ਤੁਹਾਡੀ ਇਥਾਈਲ ਕਲੋਰਾਈਡ। ਤਾਂ ਤੁਸੀਂ ਦੇਖ ਸਕਦੇ ਹੋ ਦੇਖੋ ਦੋ ਸਿਗਨਲ ਆਣਗੇ ਕੋਰਸਪੋਂਡਿੰਗ ਟੂ ਦਿਸ CH2 ਐਂਡ ਕੋਰਸਪੋਂਡਿੰਗ ਟੂ ਦਿਸ CH3। ਤਾਂ ਦੇਖੋ ਜਿਹੜੇ ਆਹ CH2 ਹੈ sp3 ਹਾਈਬ੍ਰਿਡਾਈਜ਼ਡ ਹੈ but it is attached to your electronegative atom, so that is why ਜੋ ਵੀ ਸਿਗਨਲ ਆਏਗਾ ਉਸਦੀ ਵੈਲਿਊ 2 to 5 ਦੇ ਵਿੱਚ ਲਾਈ ਕਰਦੀ ਹੈ। ਤਾਂ ਐਕਚੁਅਲ ਦੇ ਵਿੱਚ ਜੋ ਇਸਦੀ ਵੈਲਿਊ ਹੈ that is 3.5 ppm। ਐਂਡ ਦੇਖੋ ਆਹ ਕਾਰਬਨ ਕੀ ਹੈ ਤੁਹਾਡਾ sp3 ਹਾਈਬ੍ਰਿਡਾਈਜ਼ਡ ਹੈ, ਇਸ ਦੇ ਨਾਲ ਅਟੈਚਡ ਹੈ ਤੁਹਾਡੇ ਕਾਰਬਨ ਦੇ ਨਾਲ। ਐਂਡ sp3 ਹਾਈਬ੍ਰਿਡਾਈਜ਼ਡ ਜੋ ਕਾਰਬਨ ਹੁੰਦਾ ਹੈ
ਉਸ ਦੀ ਵੈਲਿਊ 0.5 ਤੋਂ 2 ਦੇ ਵਿੱਚ ਲਾਈ ਕਰਦੀ ਹੈ, ਇਸ ਕਰਕੇ ਇਸ ਦੀ ਵੈਲਿਊ ਕਿੰਨੀ ਆ ਰਹੀ ਹੈ ਅਪਰੋਕਸੀਮੇਟਲੀ 1.5 ppm। ਸੋ ਇਹ ਡਿਪੈਂਡ ਕਰਦਾ ਹੈ ਔਨ ਯੋਰ ਇਨਵਾਇਰਨਮੈਂਟ ਕਿ ਜੋ ਵੀ ਤੁਹਾਡੇ ਕਾਰਬਨ ਜਿਸ ਦੀ ਗੱਲ ਕਰ ਰਹੇ ਹੋ ਆਪਣੇ ਨਿਊਕਲੀਅਸ ਹਾਈਡਰੋਜਨ ਦੀ, ਉਸਦਾ ਇਨਵਾਇਰਨਮੈਂਟ ਕਿੱਦਾਂ ਦਾ ਹੈ, ਤਾਂ ਡਿਪੈਂਡਿੰਗ ਅਪੋਨ ਦਾ ਇਨਵਾਇਰਨਮੈਂਟ ਜੋ ਵੀ ਵੈਲਿਊਜ਼ ਨੇ ਉਹਨਾਂ ਵਿੱਚ ਸਲਾਈਟ ਚੇਂਜਸ ਆ ਜਾਂਦੇ ਨੇ। ਇੱਥੇ ਦੇਖ ਸਕਦੇ ਹੋ, ਦੇਖੋ ਐਸੀਟੋਨ ਹੈ, ਐਸੀਟੋਨ ਦੇ ਦੇਖੋ 6 ਦੇ 6 ਪ੍ਰੋਟੋਨ ਕੀ ਨੇ ਤੁਹਾਡੇ ਇਕੁਅਲੈਂਟ ਨੇ, ਤਾਂ ਕੋਰਸਪੋਂਡਿੰਗ ਟੂ ਦੈਟ ਆਪਾਂ ਨੂੰ ਇੱਕ ਹੀ ਸਿਗਨਲ ਮਿਲਦਾ ਹੈ। ਐਂਡ ਜੋ ਤੁਹਾਡਾ ਪ੍ਰੋਟੋਨਸ ਨੇ ਕਾਰਬੋਨਿਲ ਕਾਰਬਨ ਦੇ ਕਾਰਬਨ ਨਾਲ ਅਟੈਚ ਨੇ, ਇਹਨਾਂ ਦੀ ਜੋ ਵੈਲਿਊ ਹੈ ਕਿੰਨੇ ਤੇ ਆਂਦੀ ਹੈ ਤੁਹਾਡੇ 2.2 ਦੇ ਆਸ-ਪਾਸ ਆਂਦੀ ਹੈ। ਤਾਂ ਤੁਹਾਨੂੰ ਪੇਪਰ ਦੇ ਵਿੱਚ ਵੈਲਿਊਜ਼ ਨੂੰ ਕੰਪੇਅਰ ਕਰਨਾ, ਵੈਲਿਊਜ਼ ਨੂੰ ਇੰਕਰੀਜ਼ਿੰਗ ਆਰਡਰ ਆਫ ਡੈਲਟਾ, ਡਿਕਰੀਜ਼ਿੰਗ ਆਰਡਰ ਆਫ ਡੈਲਟਾ ਦੇ ਅਕੋਰਡਿੰਗ ਆ ਸਕਦੇ ਨੇ। ਅਗਰ ਇੱਥੋਂ ਤੱਕ ਕੋਈ ਡਾਊਟ ਹੈ, ਨਾਓ ਦੇਖੋ ਗੱਲ ਕਰਦੇ ਹਾਂ ਹੁਣ ਆਪਾਂ ਪੀਕ ਏਰੀਆ ਦੀ। ਦੇਖੋ ਆਪਾਂ ਨੂੰ ਪਤਾ ਹੈ ਕਿ ਜਦੋਂ NMR ਆਪਾਂ obtain ਕਰਦੇ ਹਾਂ ਆਪਣੇ ਕੋਲ ਸਿਗਨਲ ਇੱਕ ਪੀਕ ਦੀ ਫਾਰਮ ਦੇ ਵਿੱਚ ਆਂਦਾ ਹੈ, ਤਾਂ ਜੋ ਪੀਕ ਦਾ ਇਹ ਏਰੀਆ ਹੈ ਉਹ ਆਪਾਂ ਨੂੰ ਕੀ ਦੱਸਦਾ ਹੈ, ਤਾਂ ਜੋ ਪੀਕ ਦਾ ਏਰੀਆ ਹੈ ਜਾਂ ਜੋ ਰਿਲੇਟਿਵ ਇੰਟੈਂਸਿਟੀ ਹੈ ਪੀਕ ਦੀ, ਉਹ ਆਪ ਰਿਲੇਟਿਵ ਜੋ ਇੰਟੈਂਸਿਟੀ ਹੈ ਪੀਕ ਦੀ ਉਹ ਆਪਾਂ ਨੂੰ ਕੀ ਦੱਸਦੀ ਹੈ, ਨੰਬਰ ਆਫ ਪ੍ਰੋਟੋਨ ਗਿਵ ਰਾਈਸਿੰਗ ਟੂ ਦੈਟ ਪਾਰਟਿਕੂਲਰ ਸਿਗਨਲ। ਦੇਖੋ ਉਹ ਜੋ ਪੀਕ ਜਿੰਨੀ ਜ਼ਿਆਦਾ ਹਾਈ ਹੋਏਗੀ, that means ਉਹ ਜੋ ਸਿਗਨਲ ਹੈ ਉਨੇ ਹੀ ਜ਼ਿਆਦਾ ਨੰਬਰ ਆਫ ਪ੍ਰੋਟੋਨਸ ਕਰਕੇ ਤੁਹਾਡਾ ਆਂਦਾ ਹੈ। ਤਾਂ ਇੰਟੈਂਸਿਟੀ ਆਫ ਜੋ ਪੀਕ ਹੈ ਜਨਰਲੀ ਉਹ ਕੀ ਆਪਣੀ ਡਿਫਾਈਨ ਕਰਦੀ ਹੈ, ਏਰੀਆ ਅੰਡਰ ਦਾ ਪੀਕ। ਜਿੰਨੇ ਜ਼ਿਆਦਾ ਤੁਹਾਡੇ ਹਾਈਡਰੋਜਨ ਜੋ ਪ੍ਰੋਟੋਨਸ ਹੈ ਉਸ ਪਾਰਟਿਕੂਲਰ ਪੀਕ ਨੂੰ ਦੇਣਗੇ, ਓਨਾ ਹੀ ਉਹ ਜੋ ਸਿਗਨਲ ਹੈ NMR ਦਾ ਉਹ ਓਨਾ ਹੀ ਜ਼ਿਆਦਾ ਇੰਟੈਂਸ ਹੋਏਗਾ। that is a very important point, ਇਸ ਦੇ ਬੇਸ ਤੇ ਤੁਹਾਨੂੰ ਪੇਪਰ 'ਚ ਕੁਐਸਚਨ ਪੁੱਛਿਆ ਜਾ ਸਕਦਾ ਹੈ। ਤਾਂ ਏਰੀਆ ਅੰਡਰ ਪੀਕ that is directly proportional to the number of equivalent proton giving rise to that peak। ਤਾਂ ਇੱਕ ਪੀਕ ਜੋ ਦਿੰਦਾ ਹੈ ਉਸਦੇ ਕੋਰਸਪੋਂਡਿੰਗ ਜਿੰਨੇ ਹਾਈਡਰੋਜਨ ਹੁੰਦੇ ਨੇ ਪਾਰਟਿਕੂਲਰ equivalent proton, ਉਹ ਇੱਕ ਪਾਰਟਿਕੂਲਰ ਪੀਕ ਨੂੰ ਡਿਫਾਈਨ ਕਰਦੇ ਨੇ। ਪਾਰਟਿਕੂਲਰ ਜੋ ਪੀਕ ਹੈ ਉਹ ਨੰਬਰ ਆਫ equivalent protons ਕਰਕੇ ਆਂਦੀ ਹੈ। ਜਿੰਨੇ ਜ਼ਿਆਦਾ ਤੁਹਾਡੇ equivalent protons ਹੋਣਗੇ, ਓਨਾ ਹੀ ਜੋ ਤੁਹਾਡਾ ਪਾਰਟਿਕੂਲਰ ਜੋ ਸਿਗਨਲ ਆਇਆ ਹੈ ਉਹ ਓਨਾ ਹੀ ਜ਼ਿਆਦਾ ਕੀ ਹੋਏਗਾ ਤੁਹਾਡਾ ਇੰਟੈਂਸ ਹੋਏਗਾ। ਤਾਂ ਜੋ ਏਰੀਆ ਹੈ ਪੀਕ ਦੇ ਅੰਡਰ ਉਹ ਡਿਫਾਈਨ ਕੀ ਕਰਦਾ ਹੈ ਤੁਹਾਡੇ ਨੰਬਰ ਆਫ equivalent protons giving rise to that particular peak। ਤਾਂ ਦੇਖੋ ਇੱਥੇ ਐਗਜ਼ਾਮਪਲ ਲਿੱਤੀ ਹੈ ਮੈਂ ਟੋਲੂਇਨ ਦੀ। ਤਾਂ ਟੋਲੂਇਨ ਦੇ ਵਿੱਚ ਦੇਖੋ ਜਨਰਲੀ ਆਪਾਂ ਜਦੋਂ ਰੂਮ ਟੈਂਪਰੇਚਰ ਤੇ ਗੱਲ ਕਰਦੇ ਹਾਂ ਤਾਂ ਰੂਮ ਟੈਂਪਰੇਚਰ ਤੇ ਆਪਾਂ ਨੂੰ ਦੋ ਸਿਗਨਲਸ ਅਪੀਅਰਡ ਹੁੰਦੇ ਨੇ। ਪਹਿਲਾ ਸਿਗਨਲ ਆਂਦਾ ਹੈ ਡਿਊ ਟੂ ਮਿਥਾਈਲ ਗਰੁੱਪ, ਐਂਡ ਜੋ ਦੂਸਰਾ ਸਿਗਨਲ ਆਂਦਾ ਹੈ ਉਹ ਕੀ ਹੁੰਦੇ ਨੇ, ਜੋ ਤੁਹਾਡੇ ਬੈਂਜ਼ੀਨ ਰਿੰਗ ਤੇ ਇੱਥੇ ਪ੍ਰੋਟੋਨਸ ਅਟੈਚ ਨੇ ਉਹਨਾਂ ਕਰਕੇ। ਤਾਂ ਜੋ ਪੰਜੇ ਪ੍ਰੋਟੋਨਸ ਨੇ ਉਹ ਆਪਾਂ ਨੂੰ ਇਕੁਅਲੈਂਟ ਲੱਗਦੇ ਨੇ ਐਟ ਰੂਮ ਟੈਂਪਰੇਚਰ, ਬਿਕੋਜ਼ ਕੀ ਹੁੰਦੇ ਨੇ ਇੱਕ ਦੂਜੇ ਦੇ ਨਾਲ ਬਹੁਤ ਹੀ ਫਾਸਟ ਸਰਕੂਲੇਟ ਕਰ ਰਹੇ ਹੁੰਦੇ ਨੇ। ਤਾਂ ਪੰਜੇ ਪ੍ਰੋਟੋਨ ਇੱਕ ਹੀ ਸਿਗਨਲ ਆਪਾਂ ਨੂੰ ਦਿੰਦੇ ਨੇ। ਤਾਂ ਇਹਨਾਂ ਦੀ ਜੋ ਇੰਟੈਂਸਿਟੀ ਦਾ ਰੇਸ਼ੋ ਹੈ, ਦੇਖੋ CH3 ਇੱਕ ਸਿਗਨਲ ਦੇਗਾ, ਜੋ ਪੰਜ ਪ੍ਰੋਟੋਨ ਨੇ ਤੁਹਾਡੇ ਬੈਂਜ਼ੀਨ ਰਿੰਗ ਦੇ ਐਰੋਮੈਟਿਕ ਰਿੰਗ ਦੇ ਉਹ ਇੱਕ ਡਿਫਰੈਂਟ ਸਿਗਨਲ ਦੇਣਗੇ। ਤਾਂ ਦੋਨਾਂ ਦੀ ਇੰਟੈਂਸਿਟੀ ਦਾ ਜੋ ਰੇਸ਼ੋ ਹੈ, ਇੰਟੈਂਸਿਟੀ ਰੇਸ਼ੋ ਕਿਸ ਚੀਜ਼ ਤੇ ਡਿਪੈਂਡ ਕਰਦੀ ਹੈ ਤੁਹਾਡੇ ਨੰਬਰ ਆਫ ਪ੍ਰੋਟੋਨਸ ਤੇ। ਤਾਂ ਜੋ ਦੇਖੋ ਤਿੰਨ ਤੁਹਾਡੇ ਮਿਥਾਈਲ ਨੇ ਤਾਂ ਉਹਦੀ ਇੰਟੈਂਸਿਟੀ ਕਿੰਨੀ ਆਏਗੀ 3 ਆਏਗੀ, ਐਂਡ ਜੋ ਤੁਹਾਡੇ ਪੰਜ ਪ੍ਰੋਟੋਨ ਨੇ ਐਰੋਮੈਟਿਕ ਰਿੰਗ ਦੇ ਤੇ ਇੰਟੈਂਸਿਟੀ ਰੇਸ਼ੋ ਕੀ ਆਏਗੀ ਤੁਹਾਡੀ 3:5। ਬਹੁਤ ਵਾਰੀ ਪੇਪਰ ਦੇ ਵਿੱਚ ਇਸ ਤਰ੍ਹਾਂ ਦਾ ਕੁਐਸਚਨ ਤੁਹਾਡੇ ਪੇਪਰ ਦੇ ਵਿੱਚ ਪ੍ਰੀਵੀਅਸਲੀ ਆ ਚੁੱਕੇ ਨੇ ਅਪੋਨ ਇੰਟੈਂਸਿਟੀ ਰੇਸ਼ੋ। ਇੰਟੈਂਸਿਟੀ ਰੇਸ਼ੋ ਕਿਸ ਚੀਜ਼ ਤੇ ਡਿਪੈਂਡ ਕਰਦੀ ਹੈ, ਅਪੋਨ ਦਾ ਨੰਬਰ ਆਫ ਇਕੁਅਲੈਂਟ ਪ੍ਰੋਟੋਨਸ giving rise to that particular signal, that is very important। ਨੈਕਸਟ ਦੇਖੋ ਕੁਝ ਕੁਐਸਚਨਸ ਲਿਖੇ ਹੋਏ ਨੇ, ਹੁਣ ਇਹਨਾਂ ਕੁਐਸਚਨਸ ਦੇ ਵਿੱਚ ਆਪਾਂ ਕੀ ਦੇਖਣਾ ਹੈ, ਨੰਬਰ ਆਫ ਸਿਗਨਲ, ਪੋਜੀਸ਼ਨ ਦੇਖਣੀ ਹੈ, ਇੰਟੈਂਸਿਟੀ ਰੇਸ਼ੋ ਦੇਖਣੀ ਹੈ ਤੇ ਡੈਲਟਾ ਦੀ ਵੈਲਿਊ ਕੰਪੇਅਰ ਕਰਨੀ ਹੈ। ਤਾਂ ਤੁਸੀਂ ਦੇਖੋ ਇੱਥੇ ਜੋ ਹਾਈਡਰੋਜਨ ਹੈ ਪਹਿਲਾ ਕੇਸ ਹੈ ਤੁਹਾਡਾ ਇਥੇਨੋਲ ਦਾ। ਤਾਂ ਇਥੇਨੋਲ ਦੇ ਵਿੱਚ ਤੁਸੀਂ ਦੇਖੋ ਕੀ ਹੈ ਕਿ ਆਪਣੇ ਕੋਲ ਤਿੰਨ ਤਰ੍ਹਾਂ ਦੇ ਇੱਥੇ ਪ੍ਰੋਟੋਨਸ ਪ੍ਰੈਜ਼ੈਂਟ ਨੇ। ਫਸਟ ਵਨ OH ਦੇ ਨਾਲ, ਦੂਸਰਾ CH2 ਐਂਡ ਥਰਡ ਇਜ਼ ਯੂਅਰ CH3। ਤਾਂ ਕੋਰਸਪੋਂਡਿੰਗ ਟੂ ਦੈਟ ਆਪਾਂ ਨੂੰ ਕਿੰਨੇ ਸਿਗਨਲ ਮਿਲਣਗੇ ਤੁਹਾਡੇ 3 ABC। ਤਾਂ ਹੁਣ ਦੇਖੋ ਜੋ ਹਾਈਡਰੋਜਨ ਹੈ ਆਕਸੀਜਨ ਦੇ ਨਾਲ ਅਟੈਚਡ ਹੈ, that is very ਇਲੈਕਟ੍ਰੋਨੈਗੇਟਿਵ। ਇਲੈਕਟ੍ਰੋਨੈਗੇਟਿਵ ਹੋਣ ਕਰਕੇ ਇਸ ਪ੍ਰੋਟੋਨ ਦੀ ਜੋ ਡੀਸ਼ਿਲਡਿੰਗ ਹੈ ਉਹ ਕੀ ਹੋਏਗੀ ਤੁਹਾਡੀ ਮੈਕਸਿਮਮ ਹੋਏਗੀ, ਬਿਕੋਜ਼ ਆਕਸੀਜਨ ਇਜ਼ ਵੈਰੀ ਇਲੈਕਟ੍ਰੋਨੈਗੇਟਿਵ, ਜਿਸ ਕਰਕੇ ਇਸ ਦਾ ਸਿਗਨਲ ਕੀ ਆਏਗਾ ਸਭ ਤੋਂ ਹਾਈ ਆਏਗਾ। ਨਾਓ ਆਕਸੀਜਨ ਦੇ ਨਾਲ ਦੇਖੋ CH2 ਗਰੁੱਪ ਅਟੈਚਡ ਹੈ, ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਅਗਰ ਤੁਹਾਡਾ ਆਕਸੀਜਨ ਦੇ ਨਾਲ CH2 ਗਰੁੱਪ ਅਟੈਚਡ ਹੈ ਤਾਂ ਉਸਦੀ ਜੋ ਵੈਲਿਊ ਹੈ ਉਹ ਕਿੰਨੇ ਤੇ ਆਂਦੀ ਹੈ 4 to 4.5 ਦੇ ਆਸ-ਪਾਸ ਆਂਦੀ ਹੈ। ਤਾਂ ਜੋ ਇਸ ਕੇਸ ਦੇ ਵਿੱਚ ਵੈਲਿਊ ਆਂਦੀ ਹੈ that is at 4.2। ਹੁਣ ਦੇਖੋ CH3 ਹੈ, CH3 sp3 ਹਾਈਬ੍ਰਿਡਾਈਜ਼ਡ ਹੈ, ਕਾਰਬਨ ਦੇ ਨਾਲ ਅਟੈਚਡ ਹੈ, ਇਸ ਦੀ ਵੈਲਿਊ 0.5 ਤੋਂ ਲੈ ਕੇ 2 ਦੇ ਆਸ-ਪਾਸ ਆਂਦੀ ਹੈ। ਤਾਂ ਜਨਰਲੀ ਇਸ ਦੀ ਵੈਲਿਊ ਕਿੰਨੇ ਤੇ ਆਏਗੀ ਤੁਹਾਡੀ 1.5
5 ਤੇ। ਤਾਂ ਔਨ ਦਾ ਬੇਸਿਸ ਆਫ ਦਾ ਡੈਲਟਾ ਵੈਲਿਊ ਤੁਸੀਂ ਇਹਨਾਂ ਦੀ ਡੈਲਟਾ ਵੈਲਿਊ ਨੂੰ ਕੰਪੇਅਰ ਕਰ ਸਕਦੇ ਹੋ। ਅਗਰ ਇੰਟੈਂਸਿਟੀ ਦੀ ਗੱਲ ਕਰਦੇ ਨੇ ਤਾਂ ਇੰਟੈਂਸਿਟੀ ਦੇਖੋ ਰੇਸ਼ੋ ਕਿੰਨੀ ਆਏਗੀ, CH3 ਵਾਲੇ ਆਇਡੈਂਟੀਕਲ ਨੇ ਤਾਂ 3, CH2 ਆਇਡੈਂਟੀਕਲ ਨੇ 2 ਤਾਂ 2, ਇੱਕ ਆਕਸੀਜਨ ਨਾਲ ਹਾਈਡਰੋਜਨ ਅਟੈਚਡ ਹੈ ਤਾਂ ਉਹਦੀ ਰੇਸ਼ੋ ਕਿੰਨੀ ਆਏਗੀ 3:2:1। ਤਾਂ ਇਹਨਾਂ ਦੀ ਜੋ ਇੰਟੈਂਸਿਟੀ ਦਾ ਰੇਸ਼ੋ ਆਂਦਾ ਹੈ ਸਿਗਨਲ ਦਾ ਉਹ ਕਿੰਨਾ ਆਏਗਾ 3:2:1। ਦੈਟ ਮੀਨਸ ਜੋ ਤਿੰਨ ਸਿਗਨਲ ਆ ਰਹੇ ਨੇ, ਤਿੰਨ ਸਿਗਨਲ ਦੇ ਵਿੱਚ ਜੋ ਨੰਬਰ ਆਫ ਪ੍ਰੋਟੋਨਸ ਨੇ, ਇਹਦੇ ਵਿੱਚ ਨੰਬਰ ਆਫ ਪ੍ਰੋਟੋਨਸ 1 ਨੇ, ਇਹਦੇ ਵਿੱਚ ਨੰਬਰ ਆਫ ਪ੍ਰੋਟੋਨਸ 2 ਨੇ, ਇਹਦੇ ਵਿੱਚ ਨੰਬਰ ਆਫ ਪ੍ਰੋਟੋਨਸ ਕਿੰਨੇ ਨੇ 3 ਨੇ। ਤਾਂ ਜੋ ਇੰਟੈਂਸਿਟੀ ਹੈ ਉਹ ਕਿਸ ਚੀਜ਼ ਨੂੰ ਡਿਫਾਈਨ ਕਰਦੀ ਹੈ, ਤੁਹਾਡੇ ਨੰਬਰ ਆਫ ਇਕੁਇਵਲੈਂਟ ਪ੍ਰੋਟੋਨਸ। ਨਾਓ ਆਪਾਂ ਡਿਸਕਸ ਕਰਦੇ ਹਾਂ ਇਨ ਕੇਸ ਆਫ ਯੂਅਰ ਐਸੀਟੈਲਡੀਹਾਈਡ। ਤਾਂ ਐਸੀਟੈਲਡੀਹਾਈਡ ਦੇ ਵਿੱਚ ਦੇਖੋ ਦੋ ਤਰ੍ਹਾਂ ਦੇ ਪ੍ਰੋਟੋਨ ਪ੍ਰੈਜ਼ੈਂਟ ਨੇ, ਇੱਕ ਤਾਂ ਜੋ ਕਾਰਬੋਨਿਲ ਦੇ ਨਾਲ ਡਾਇਰੈਕਟਲੀ ਅਟੈਚਡ ਹੈ ਜਿਸ ਦੀ ਵੈਲਿਊ ਕਿੰਨੇ ਤੇ ਆਂਦੀ ਹੈ 9 to 10 ppm ਦੇ ਆਸ-ਪਾਸ ਆਂਦੀ ਹੈ। ਦੂਸਰਾ ਹੈ ਤੁਹਾਡਾ CH3 ਮੋਲੀਕਿਊਲ। CH3 ਮੋਲੀਕਿਊਲ ਦੇ ਵਿੱਚ ਦੇਖੋ ਜੋ ਪ੍ਰੋਟੋਨ ਹੈ ਉਹ ਕਾਰਬੋਨਿਲ ਕਾਰਬਨ ਦੇ ਨਾਲ ਅਟੈਚਡ ਹੈ ਜਿਸ ਦੀ ਵੈਲਿਊ ਤੁਹਾਡੀ ਕਿੰਨੇ ਤੇ ਆਏਗੀ 2.2 ਤੇ। ਤਾਂ ਜੋ ਵੈਲਿਊ 2.2 ਤੇ ਆ ਰਹੀ ਹੈ, ਕਿੰਨੇ ਸਿਗਨਲਸ ਕਿੰਨੇ ਪ੍ਰੋਟੋਨਸ ਕਰਕੇ ਆ ਰਹੀ ਹੈ 3 ਪ੍ਰੋਟੋਨਸ ਕਰਕੇ, ਐਂਡ ਜੋ ਵੈਲਿਊ 9 to 10 ppm ਦੇ ਵਿੱਚ ਆ ਰਹੀ ਹੈ that is due to a single proton। ਤਾਂ ਜੋ ਇਹਨਾਂ ਦਾ ਇੰਟੈਂਸਿਟੀ ਰੇਸ਼ੋ ਆਏਗਾ ਕਿੰਨਾ ਆਏਗਾ 3:1। 3:1। ਨੰਬਰ ਆਫ ਸਿਗਨਲਸ ਕੱਢਣਾ ਸਿੱਖ ਚੁੱਕੇ ਹਾਂ। ਨੰਬਰ ਆਫ ਸਿਗਨਲਸ ਕੈਲਕੂਲੇਟ ਕਰਨ ਦੇ ਲਈ ਆਪਾਂ ਕੀ ਚੈੱਕ ਕਰਦੇ ਹਾਂ, ਤੁਹਾਡੇ ਨੰਬਰ ਆਫ ਇਕੁਇਵਲੈਂਟ ਐਂਡ ਨਾਨ ਇਕੁਇਵਲੈਂਟ ਪ੍ਰੋਟੋਨਸ। ਦੂਸਰਾ ਆਪਾਂ ਕੀ ਸਿੱਖਿਆ ਹੈ, ਪੋਜੀਸ਼ਨ ਆਫ ਸਿਗਨਲਸ ਨੂੰ ਕੈਲਕੂਲੇਟ ਕਰਨਾ that depend upon the shielding and de-shielding of your protons। ਤੀਸਰਾ ਆਪਾਂ ਸਿੱਖ ਚੁੱਕੇ ਹਾਂ ਇੰਟੈਂਸਿਟੀ ਰੇਸ਼ੋ। ਇੰਟੈਂਸਿਟੀ ਰੇਸ਼ੋ ਮਤਲਬ ਜੋ ਪੀਕ ਦੀ ਰੇਸ਼ੋ ਹੈ ਉਹ ਕਿਸ ਚੀਜ਼ ਤੇ ਡਿਪੈਂਡ ਕਰਦੀ ਹੈ, ਉਸਦਾ ਜੋ ਏਰੀਆ ਹੈ ਉਹ ਕਿਸ ਚੀਜ਼ ਤੇ ਡਿਪੈਂਡ ਕਰਦਾ ਹੈ due to the number of equivalent protons giving rise to that particular signal। ਹੁਣ ਦੇਖੋ ਆਪਾਂ ਕੀ ਸਿੱਖਣਾ ਹੈ ਕਿ ਜੋ ਤੁਹਾਡਾ ਇੱਕ particular signal ਹੈ ਉਸਦੀ ਆਪਾਂ splitting ਬਾਰੇ ਸਿੱਖਣਾ ਹੈ, ਜੋ ਕਿ ਕਿਸ ਕਰਕੇ ਹੁੰਦੀ ਹੈ ਤੁਹਾਡੀ spin coupling ਕਰਕੇ ਹੁੰਦੀ ਹੈ। ਜੋ ਇੱਕ particular signal ਹੈ ਉਹ further ਕਿੰਨੀਆਂ ਲਾਈਨਸ ਦੇ ਵਿੱਚ split ਹੁੰਦਾ ਹੈ ਉਸ ਨੂੰ ਆਪਾਂ ਬੋਲਦੇ ਹਾਂ splitting of signal। ਤਾਂ ਜੋ ਤੁਹਾਡਾ particular signal ਹੈ ਉਹ doublet ਵਿੱਚ convert ਹੋ ਸਕਦਾ ਹੈ, ਤੁਹਾਡਾ ਟ੍ਰਿਪਲੇਟ ਵਿੱਚ ਕਨਵਰਟ ਹੋ ਸਕਦਾ ਹੈ, 3 ਲਾਈਨਸ ਦੇ ਵਿੱਚ ਕਨਵਰਟ ਹੋ ਸਕਦਾ ਹੈ, ਤੁਹਾਡਾ ਕੁਆਰਟਟ 4 ਲਾਈਨ ਦੇ ਵਿੱਚ ਕਨਵਰਟ ਹੋ ਸਕਦਾ ਹੈ, ਤੁਹਾਡਾ 5 ਲਾਈਨ ਕੁਇੰਟਟ ਵਿੱਚ ਕਨਵਰਟ ਹੋ ਸਕਦਾ ਹੈ। ਤਾਂ ਡਿਪੈਂਡਿੰਗ ਅਪਨ ਦਾ ਸਪਿਨ ਕਪਲਿੰਗ ਜੋ ਤੁਹਾਡਾ ਸਿਗਨਲ ਹੈ ਇੱਕ ਪਾਰਟਿਕੂਲਰ ਉਹ ਕਿੱਦਾਂ ਸਪਲਿਟ ਹੁੰਦਾ ਹੈ ਇਨਟੂ ਵੇਰੀਅਸ ਲਾਈਨਸ ਦੇ ਵਿੱਚ, ਉਹ ਆਪਾਂ ਇਸ ਟੌਪਿਕ ਦੇ ਵਿੱਚ ਕਵਰ ਕਰਨਾ ਹੈ। ਤਾਂ ਜੋ ਵੀ ਸਿਗਨਲ ਦੀ ਜੋ ਸਪਲਿਟਿੰਗ ਹੈ ਉਹ ਕਿੱਦਾਂ ਆਪਾਂ ਡਿਟਰਮਾਈਨ ਕਰਦੇ ਹਾਂ ਬਾਈ ਦਾ ਇਨਵਾਇਰਮੈਂਟ ਆਫ ਜੋ ਵੀ ਆਪਣਾ ਇਨਵਾਇਰਮੈਂਟ ਹੈ ਵਿਦ ਰਿਸਪੈਕਟ ਟੂ ਦਾ ਨੇਬਰਿੰਗ ਪ੍ਰੋਟੋਨ। ਲੈਟਸ ਸਪੋਜ਼ ਟੇਕ ਦਾ ਐਗਜ਼ਾਮਪਲ ਕਿ ਆਪਾਂ ਇੱਥੇ ਇੱਕ ਆਹ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਜਿਹਦੇ ਵਿੱਚ ਜੋ ਇਹ ਵਾਲਾ ਕਾਰਬਨ ਹੈ that is your tertiary ਕਾਰਬਨ, ਇਸੇ ਕਰਕੇ ਮੈਂ ਇੱਥੇ T ਲਿਖਿਆ ਹੈ, ਐਂਡ ਜੋ ਤੁਹਾਡਾ CH2 ਵਾਲਾ ਕਾਰਬਨ ਹੈ that is your secondary ਕਾਰਬਨ। ਤਾਂ ਦੇਖੋ ਜੋ ਵੀ ਸਿਗਨਲ ਦੀ ਸਪਲਿਟਿੰਗ ਦੀ ਗੱਲ ਕਰਦੇ ਹੋ, ਲੈਟਸ ਸਪੋਜ਼ ਕਿ ਅਗਰ ਮੈਂ ਮੰਨ ਲਓ ਸਪਲਿਟਿੰਗ ਕੰਸੀਡਰ ਕਰਨੀ ਹੈ CH2 ਸਿਗਨਲ ਦੀ, ਤਾਂ ਜੋ ਵੀ CH2 ਕਰਕੇ ਸਿਗਨਲ ਆਏਗਾ ਉਹਦੀ ਜੋ ਸਪਲਿਟਿੰਗ ਹੈ ਉਹ ਨੇਬਰਿੰਗ ਪ੍ਰੋਟੋਨਸ ਕਰਕੇ ਹੁੰਦੀ ਹੈ। ਤਾਂ ਨੇਬਰਿੰਗ ਦੇ ਵਿੱਚ ਦੇਖੋ ਕਿੰਨੇ ਪ੍ਰੋਟੋਨਸ ਨੇ, ਇੱਥੇ ਤੁਹਾਡੇ ਸਿਰਫ ਇੱਕ ਪ੍ਰੋਟੋਨ ਨੇ। ਦੈਟ ਮੀਨਸ ਜੋ ਤੁਹਾਡਾ CH2 ਵਾਲਾ ਸਿਗਨਲ ਆਏਗਾ ਉਹ ਤੁਹਾਡਾ CH ਪ੍ਰੋਟੋਨ ਕਰਕੇ ਕੀ ਹੋਏਗਾ ਸਪਲਿਟ ਹੋਏਗਾ। ਹੁਣ ਦੇਖੋ ਸਪਲਿਟਿੰਗ ਕਿਸ ਫੈਕਟਰ ਤੇ ਡਿਪੈਂਡ ਕਰਦੀ ਹੈ, ਤੁਹਾਡਾ 2Ni+1 ਰੂਲ ਤੇ ਡਿਪੈਂਡ ਕਰਦੀ ਹੈ। ਅਗਰ ਤੁਹਾਨੂੰ ਇਹ ਰੂਲ ਨਹੀਂ ਵੀ ਪਤਾ ਤਾਂ ਵੀ ਤੁਸੀਂ ਇਸ ਨੂੰ ਦੇਖ ਸਕਦੇ ਹੋ ਕਿ ਦੇਖੋ ਆਹ ਵਾਲਾ ਜੋ ਤੁਹਾਡਾ ਪ੍ਰੋਟੋਨ ਹੈ that is due to the tertiary ਕਾਰਬਨ, ਤਾਂ ਉਸ ਦੇ ਵਿੱਚ ਜੋ ਪ੍ਰੋਟੋਨ ਹੈ ਦੇਖੋ ਜਾਂ ਤਾਂ ਉਹ ਕੀ ਹੋ ਸਕਦਾ ਹੈ ਤੁਹਾਡਾ ਅਪਲਾਈਡ ਮੈਗਨੈਟਿਕ ਫੀਲਡ ਦੀ ਪੋਜੀਸ਼ਨ ਚ ਅਲਾਈਨ ਹੋ ਸਕਦਾ ਹੈ ਜਾਂ ਉਸਨੂੰ ਕੀ ਕਰ ਸਕਦਾ ਹੈ ਅਪੋਜ਼ ਕਰ ਸਕਦਾ ਹੈ। So there are two possibility in which your tertiary proton can uphold his position। ਜਾਂ ਤਾਂ ਉਹ ਕੀ ਕਰ ਸਕਦਾ ਹੈ ਤੁਹਾਡੀ ਅਪਲਾਈਡ ਫੀਲਡ ਦੇ ਵਿੱਚ ਰੀਇਨਫੋਰਸ ਹੋ ਸਕਦਾ ਹੈ, ਉਸੇ ਅਲਾਈਨਮੈਂਟ ਦੇ ਵਿੱਚ ਹੋ ਸਕਦਾ ਹੈ, ਜਾਂ ਤੁਹਾਡੇ ਅਪਲਾਈਡ ਫੀਲਡ ਦੀ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਹੋ ਸਕਦਾ ਹੈ। ਸੋ ਦੈਟ ਮੀਨਸ ਜੋ ਵੀ ਤੁਹਾਡਾ ਸਿਗਨਲ ਆਏਗਾ CH2 ਦੇ ਕੋਰਸਪੋਂਡਿੰਗ ਡਿਊ ਟੂ CH ਕਰਕੇ ਉਹ ਕਿੰਨੇ ਵਿੱਚ ਸਪਲਿਟ ਹੋ ਸਕਦਾ ਹੈ, ਤੁਹਾਡਾ ਦੋ ਵਿੱਚ ਸਪਲਿਟ ਹੋ ਸਕਦਾ ਹੈ। ਐਂਡ ਦੋਨਾਂ ਵਿੱਚ ਦੇਖੋ ਇੱਕ ਹੀ ਕੇਸ ਪੋਸੀਬਲ ਹੈ, ਤਾਂ ਸਿਗਨਲ ਇੱਕ ਸਿਗਨਲ ਜੋ ਤੁਹਾਡਾ ਆ ਰਿਹਾ ਹੈ ਉਹ ਕਿੰਨੇ ਵਿੱਚ ਕਨਵਰਟ ਹੋਏਗਾ ਤੁਹਾਡੇ ਡਬਲੈਟ ਦੇ ਵਿੱਚ, ਕਿਉਂਕਿ ਕੋਰਸਪੋਂਡਿੰਗ ਤੁਹਾਨੂੰ ਇੱਕ ਸਟੇਟ ਹੀ ਮਿਲਦੀ ਹੈ। ਤਾਂ ਜੋ ਤੁਹਾਡੀ ਇੰਟੈਂਸਿਟੀ ਰੇਸ਼ੋ ਆਏਗੀ that will be 1:1। that means ਜੋ ਵੀ ਤੁਹਾਡਾ ਸਿਗਨਲ ਆਏਗਾ CH2 ਕਰਕੇ ਤਾਂ ਉਹਦਾ ਕੀ ਆਏਗਾ, ਇੱਕ ਸਿਗਨਲ ਜੋ ਆ ਰਿਹਾ ਹੈ ਉਹ ਕੀ ਆਏਗਾ ਡਬਲੈਟ ਆਏਗਾ, ਐਂਡ ਡਬਲੈਟ ਦੀ ਜੋ ਇੰਟੈਂਸਿਟੀ ਹੈ that will be 1:1। 1:1।
ਨਾउ ਅਗਰ ਆਪਾਂ ਕੰਸੀਡਰ ਕਰੀਏ ਸਪਲਿਟਿੰਗ ਆਫ ਯੋਰ ਟਰਸ਼ਰੀ ਕਾਰਬਨ ਸਿਗਨਲ ਡਿਊ ਟੂ ਯੋਰ ਸੈਕੰਡਰੀ ਕਾਰਬਨ ਸਿਗਨਲ ਹੈ ਨਾ, ਤਾਂ ਹੁਣ ਦੇਖੋ ਸੈਕੰਡਰੀ ਦੇ ਵਿੱਚ ਦੇਖੋ ਤੁਹਾਡੇ ਦੋ ਪ੍ਰੋਟੋਨਸ ਪਏ ਨੇ, ਤਾਂ ਉਹਦੇ ਵਿੱਚ ਦੇਖੋ ਕੀ ਪੋਸਿਬਿਲਿਟੀ ਹੈ, ਜਾਂ ਤਾਂ ਦੋਨੋਂ ਪ੍ਰੋਟੋਨ ਤੁਹਾਡੇ ਅਪਫੀਲਡ ਪ੍ਰੈਜ਼ੈਂਟ ਹੋਣ, ਦੋਨਾਂ ਵਿੱਚੋਂ ਇੱਕ ਅਪਫੀਲਡ ਹੈ ਇੱਕ ਡਾਊਨਫੀਲਡ ਹੈ, ਪਹਿਲਾ ਡਾਊਨਫੀਲਡ ਹੈ ਦੂਸਰਾ ਅਪਫੀਲਡ ਹੈ, ਤਾਂ ਇੱਥੇ ਤੁਹਾਡੇ ਕੋਲ ਦੋ ਪੋਸਿਬਿਲਿਟੀਜ਼ ਨੇ। ਤੀਸਰੀ ਪੋਸਿਬਿਲਿਟੀ ਕੀ ਹੋ ਸਕਦੀ ਹੈ ਕਿ ਦੋਨੋਂ ਪ੍ਰੋਟੋਨ ਕੀ ਪ੍ਰੈਜ਼ੈਂਟ ਹੋਣ ਤੁਹਾਡੇ ਡਾਊਨਫੀਲਡ ਪ੍ਰੈਜ਼ੈਂਟ ਹੋਣ। ਤਾਂ ਦੇਖੋ ਪਹਿਲੇ ਕੇਸ ਦੇ ਵਿੱਚ ਇੱਕ ਪੋਸਿਬਿਲਿਟੀ ਆ ਰਹੀ ਹੈ, ਦੂਸਰੇ ਕੇਸ ਦੇ ਵਿੱਚ ਤੁਹਾਡੀਆਂ ਦੋ ਪੋਸਿਬਿਲਿਟੀ ਆ ਰਹੀਆਂ ਨੇ ਕਿ ਪਹਿਲਾ ਅਪਫੀਲਡ ਹੈ ਦੂਸਰਾ ਡਾਊਨਫੀਲਡ। ਸੈਕਿੰਡ ਪੋਸਿਬਿਲਿਟੀ ਪਹਿਲਾ ਕੀ ਹੈ ਤੁਹਾਡਾ ਡਾਊਨਫੀਲਡ ਹੈ ਦੂਸਰਾ ਅਪਫੀਲਡ ਹੈ। ਸੋ ਥੀਸ ਆਰ ਦਾ ओरिएंटेशन ऑफ योर ਨੇਬਰਹੁੱਡ ਪ੍ਰੋਟੋਨ ਹੈ ਨਾ, ਨੇਬਰਹੁੱਡ ਪ੍ਰੋਟੋਨ ਦੀਆਂ ओरिएंटेशन ਡਿਸਕਸ ਕਰ ਰਹੇ ਹਾਂ। ਤਾਂ ਇਹਦੇ ਵਿੱਚ ਦੇਖੋ ਸਿਰਫ ਇੱਕ ਹੀ ओरिएंटेशन ਪੋਸੀਬਲ ਹੈ, ਤਾਂ ਜੋ ਇੱਥੇ ਤੁਹਾਡੇ ਕਿੰਨੇ ਕੇਸ ਅਰਾਈਜ਼ ਹੋ ਰਹੇ ਨੇ, ਟੋਟਲ ਤੁਹਾਡੇ ਤਿੰਨ ਕੇਸ ਅਰਾਈਜ਼ ਹੋ ਰਹੇ ਨੇ। ਦੈਟ ਮੀਨਸ ਜੋ ਵੀ ਸਿਗਨਲ ਤੁਹਾਡਾ CH ਦੇ ਵਿੱਚ ਆਏਗਾ ਉਹ ਤੁਹਾਡਾ ਸੈਕੰਡਰੀ ਪ੍ਰੋਟੋਨਸ ਕਰਕੇ ਕਿੰਨੇ ਵਿੱਚ ਸਪਲਿਟ ਹੋਏਗਾ, ਤੁਹਾਡੇ ਤਿੰਨ ਲਾਈਨਸ ਦੇ ਵਿੱਚ ਕਨਵਰਟ ਹੋਏਗਾ। ਦੈਟ ਇਜ਼ ਟ੍ਰਿਪਲੇਟ ਸਿਗਨਲ ਆਏਗਾ। ਕਿਹੜਾ ਸਿਗਨਲ ਆਏਗਾ ਤੁਹਾਡਾ? ਟ੍ਰਿਪਲੇਟ ਆਏਗਾ। ਤੇ ਜੋ ਉਹਨਾਂ ਦੀ ਇੰਟੈਂਸਿਟੀ ਰੇਸ਼ੋ ਹੋਏਗੀ ਉਹ ਕਿੰਨੀ ਹੋਏਗੀ? 1:2:1, ਕਿਉਂਕਿ ਕਿੰਨੇ ਕੇਸ ਆ ਰਹੇ ਨੇ ਇੱਥੇ 1, ਸੈਕਿੰਡ ਦੋ ਕੇਸ ਆ ਰਹੇ ਨੇ, ਨੈਕਸਟ ਕਿੰਨੇ ਕੇਸ ਆ ਰਹੇ ਨੇ 1। ਤਾਂ ਜੋ ਵੀ ਸਿਗਨਲ ਆਏਗਾ ਉਸਦੀ ਇੰਟੈਂਸਿਟੀ ਕਿੰਨੀ ਹੋਏਗੀ? 1:2:1। ਤਾਂ ਦੇਖੋ ਤਿੰਨ ਲਾਈਨਸ ਆ ਰਹੀਆਂ ਨੇ, ਜੋ ਤੁਹਾਡੀ ਸੈਕਿੰਡ ਲਾਈਨ ਹੈ ਉਸਦੀ ਜੋ ਇੰਟੈਂਸਿਟੀ ਹੈ that is double from your first line and your third line। ਤਾਂ ਧਿਆਨ ਰੱਖਣਾ ਹੈ, ਇਦਾਂ ਦੇ ਕੁਐਸਚਨ ਪੇਪਰ ਦੇ ਵਿੱਚ ਬਹੁਤ ਵਾਰ ਆਉਂਦੇ ਨੇ ਇੰਟੈਂਸਿਟੀ ਰੇਸ਼ੋ ਨੂੰ ਲੈ ਕੇ, ਉਹਨਾਂ ਦੀ ਸਪਲਿਟਿੰਗ ਨੂੰ ਲੈ ਕੇ। ਅਗਰ ਇੱਥੋਂ ਤੱਕ ਕੋਈ ਡਾਊਟ ਹੈ ਤਾਂ ਮੈਨੂੰ ਪੁੱਛ ਲਓ। ਤਾਂ ਦੇਖੋ ਅਗਰ ਸਿਗਨਲ ਬਹੁਤ ਹੀ ਜ਼ਿਆਦਾ ਹੋਣ ਤਾਂ ਤੁਸੀਂ ਕਿੱਦਾਂ ਕੈਲਕੂਲੇਟ ਕਰ ਸਕਦੇ ਹੋ? ਤਾਂ ਤੁਸੀਂ ਫਾਰਮੂਲਾ ਕੀ ਲਗਾਉਣਾ ਹੈ? 2Ni+1। ਤਾਂ 2 ਐਜ਼ ਇਟ ਇਜ਼, n ਮਤਲਬ ਕਿੰਨੇ ਨੰਬਰ ਆਫ ਜੋ ਪ੍ਰੋਟੋਨ ਨੇ ਉਹ ਸਿਗਨਲ ਨੂੰ ਸਪਲਿਟ ਕਰਵਾ ਰਹੇ ਨੇ। ਤਾਂ ਅਗਰ ਆਪਾਂ ਇਸੇ ਕੇਸ ਦੀ ਹੀ ਗੱਲ ਕਰੀਏ ਟਰਸ਼ਰੀ ਵਾਲੇ ਨੂੰ, ਤਾਂ ਟਰਸ਼ਰੀ ਵਾਲੇ ਸਿਗਨਲ ਨੂੰ ਕੌਣ ਸਪਲਿਟ ਕਰ ਰਿਹਾ ਹੈ? ਤੁਹਾਡੇ ਸੈਕੰਡਰੀ ਪ੍ਰੋਟੋਨ। ਸੈਕੰਡਰੀ ਪ੍ਰੋਟੋਨ ਕਿੰਨੇ ਨੇ ਟੋਟਲ? 2 ਇਨਟੂ I ਵੈਲਿਊ ਕਿੰਨੀ ਹੁੰਦੀ ਹੈ ਪ੍ਰੋਟੋਨ ਦੀ? ਹਾਫ +1। ਤਾਂ ਅਗਰ ਇਸ ਨੂੰ ਸੋਲਵ ਕਰੋਗੇ ਆਂਸਰ ਕਿੰਨਾ ਆਏਗਾ? 3। ਦੈਟ ਮੀਨਸ ਜੋ ਸਿਗਨਲ ਤੁਹਾਡਾ ਟਰਸ਼ਰੀ ਪ੍ਰੋਟੋਨ ਦੇ ਕੋਰਸਪੋਂਡਿੰਗ ਆ ਰਿਹਾ ਹੈ ਉਹ ਕਿੰਨੇ ਵਿੱਚ ਸਪਲਿਟ ਹੋਏਗਾ? ਤੁਹਾਡੇ ਤਿੰਨ ਲਾਈਨਸ ਦੇ ਵਿੱਚ ਸਪਲਿਟ ਹੋਏਗਾ ਇਨ ਦੀ ਇੰਟੈਂਸਿਟੀ 1:2:1। ਤਾਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਹੈ। ਹੁਣ ਆਪਾਂ ਇਸ ਦੇ ਕੁਐਸਚਨ ਕੀ ਕਰਦੇ ਹਾਂ, ਇਸ ਦੇ ਕੋਰਸਪੋਂਡਿੰਗ ਕੁਐਸਚਨ ਡਿਸਕਸ ਕਰਨੇ ਹੈ। ਤਾਂ ਇਸ ਦੇ ਨਾਲ ਪਹਿਲਾਂ ਆਪਾਂ ਕੀ ਡਿਸਕਸ ਕਰਦੇ ਹਾਂ? ਆਪਣਾ ਪਾਸਕਲ ਟ੍ਰਾਇੰਗਲ ਡਿਸਕਸ ਕਰਦੇ ਹਾਂ ਫॉर योर इंटेंसिटी रेशियो। देखो मैं ऑलरेडी वैसे दस चुकिया हाँ कि अगर थोड़ा सिग्नल डबलेट है तो डबलेट दे विच इंटेंसिटी कितनी आंदी है? 1:1। अगर थोड़ा सिग्नल ट्रिपलेट है तो ਉਹਦੇ ਵਿੱਚ ਇੰਟੈਂਸਿਟੀ ਕਿੰਨੀ ਆਂਦੀ ਹੈ? 1:2:1। ਅਗਰ ਥੋੜਾ ਕੁਆਰਟੇਟ ਆਂਦਾ ਹੈ ਤਾਂ ਕੁਆਰਟੇਟ ਦੇ ਵਿੱਚ ਇੰਟੈਂਸਿਟੀ ਰੇਸ਼ੋ ਕਿੰਨੀ ਆਂਦੀ ਹੈ? 1:3:3:1। ਕਿੱਦਾਂ ਆਂਦੀ ਹੈ? ਬਾਈ ਪਾਸਕਲ ਟ੍ਰਾਇੰਗਲ। ਪਾਸਕਲ ਟ੍ਰਾਇੰਗਲ ਆਪਾਂ ਪਹਿਲਾਂ ਸਪੈਕਟ੍ਰੋਸਕੋਪੀ ਦੇ ਵਿੱਚ ਸਿੱਖ ਚੁੱਕੇ ਹਾਂ। करना की ਹੁੰਦਾ है? देखो 1 स्टार्टिंग 1 तो करनी है, दोनों साइड लेफ्ट साइड भी 1 ऐड कर दो, राइट साइड भी ऐड कर दो। तो देखो अगर थोड़ा n इक्वल टू 2 होएगा तो सिग्नल किन्ने मिलणगे ਤੁਹਾਨੂੰ? डबलेट आएगा। फॉर्मूला ਕਿਹੜਾ लगाना है? 2Ni+1। तो अगर ਤੁਸੀਂ ਆਹ ਫਾਰਮੂਲਾ ਲਗਾਉਂਦੇ ਹੋ सिग्नल मिलेगा डबलेट, ਜਿਸ ਦੇ ਵਿੱਚ ਇੰਟੈਂਸਿਟੀ ਰੇਸ਼ੋ ਕੀ ਆਏਗੀ ਤੁਹਾਡੀ? 1:1। ਨਾਓ ਅਗਰ ਤੁਹਾਡੇ ਸਿਗਨਲ ਕਿੰਨੇ ਨੇ, ਪ੍ਰੋਟੋਨ ਕਿੰਨੇ ਨੇ? 3। ਤਾਂ ਸਿਗਨਲ ਕੀ ਆਏਗਾ? ਟ੍ਰਿਪਲੇਟ ਆਏਗਾ। ਕਿੱਦਾਂ ਕੈਲਕੂਲੇਟ ਕਰੋਗੇ ਇੰਟੈਂਸਿਟੀ ਰੇਸ਼ੋ? ਤਾਂ ਜੋ ਵੀ ਤੁਹਾਡੀਆਂ ਇਹ ਵੈਲਿਊਜ਼ ਹੁੰਦੀਆਂ ਨੇ ਉਹਨਾਂ ਨੂੰ ਐਡ ਕਰ ਦੋ। ਤਾਂ 1 + 1 ਕਿੰਨਾ ਬਣੇਗਾ? 2। ਤਾਂ ਉਸਦੇ ਲੈਫਟ ਸਾਈਡ ਇੱਕ 1 ਐਡ ਕਰ ਦੋ, ਰਾਈਟ ਸਾਈਡ ਤੇ ਇੱਕ 1 ਅਟੈਚ ਕਰ ਦੋ। ਤਾਂ ਜੋ ਤੁਹਾਡਾ ਟ੍ਰਿਪਲੇਟ ਸਿਗਨਲ ਹੈ ਉਸਦੀ ਜੋ ਇੰਟੈਂਸਿਟੀ ਆਏਗੀ ਉਹ ਕਿੰਨੀ ਆਏਗੀ? 1:2:1। 1:2:1। ਤਾਂ ਇਸੇ ਤਰ੍ਹਾਂ ਹੁਣ ਦੇਖੋ ਪਾਸਕਲ ਟ੍ਰਾਇੰਗਲ ਅਗਰ ਫੋਲੋ ਕਰਦੇ ਹਾਂ, ਇਹਨਾਂ ਦੋਨਾਂ ਨੂੰ ਐਡ ਕਰੋ ਤਾਂ ਕਿੰਨਾ ਬਣੇਗਾ? 3। ਇਹਨਾਂ ਦੋਨਾਂ ਨੂੰ ਐਡ ਕਰੋ ਤੇ ਕਿੰਨਾ ਬਣੇਗਾ? 3। ਤਾਂ ਸਿਗਨਲ ਨੂੰ ਪੂਰਾ ਕਰਨ ਦੇ ਲਈ ਲੈਫਟ ਤੇ 1 राइट से 1 लिख दो। तो अगर थोड़ा n इक्वल टू 4 है तो ਤੁਹਾਨੂੰ ਕਿੰਨੇ ਸਿਗਨਲ ਮਿਲਣਗੇ? ਟੋਟਲ 4 ਸਿਗਨਲ। ਉਹਨਾਂ ਦੀ ਜੋ ਇੰਟੈਂਸਿਟੀ ਰੇਸ਼ੋ ਹੈ ਉਹ ਕਿੰਨੀ ਆਏਗੀ? 1:3:3:1। 1:3:3:1। ਸਿਮਿਲਰਲੀ ਅਗਰ ਤੁਹਾਡੇ 5 ਸਿਗਨਲ ਨੇ, 5 ਮਤਲਬ ਕੀ ਨੇ ਤੁਹਾਡੇ ਉੱਥੇ ਕਿੰਨੇ ਪ੍ਰੋਟੋਨ ਪ੍ਰੈਜ਼ੈਂਟ ਨੇ? 5। ਤਾਂ ਤੁਹਾਨੂੰ ਸਿਗਨਲ ਕਿੰਨੇ ਮਿਲਣਗੇ? ਕੁਇੰਟੇਟ ਆਏਗਾ, 5 ਆਣਗੇ। ਤਾਂ ਕਿੱਦਾਂ ਆਣਗੇ? ਦੇਖੋ ਪਹਿਲਾਂ ਇਹਨਾਂ ਨੂੰ ਐਡ ਕਰਦੇ ਚਲੋ। 1 + 3 4, 3 + 3 6, 3 + 1 4। ਐਂਡ ਤੇ ਕੀ ਕਰਨਾ ਹੈ? 1 1 ਐਜ਼ ਇਟ ਇਜ਼ ਲਿਖ ਦੋ। ਤਾਂ ਤੁਹਾਡੇ ਦੇਖੋ 5 ਲਾਈਨਸ ਦੇ ਸਿਗਨਲ ਆ ਰਹੇ ਨੇ। ਇੰਟੈਂਸਿਟੀ ਰੇਸ਼ੋ ਕਿੰਨੀ ਆਏਗੀ? 1:4:6:4:1। ਤਾਂ ਧਿਆਨ ਰੱਖਣਾ ਅਗਰ ਤੁਹਾਡਾ ਕੋਰਸਪੋਂਡਿੰਗ ਮੋਲੀਕਿਊਲ ਦੇ ਵਿੱਚ ਸਿਗਨਲ ਕੁਇੰਟਟ ਦੇ ਵਿੱਚ ਆਂਦਾ ਹੈ
ਤਾਂ ਉਹਨਾਂ ਦੀ ਜੋ ਇੰਟੈਂਸਿਟੀ ਰੇਸ਼ੋ ਆ ਕਿੰਨੀ ਆਏਗੀ ਤੁਹਾਡੀ 1:4:6:4:1। ਤਾਂ ਦੇਖੋ ਜੋ ਥੋੜਾ ਪਹਿਲਾ ਹੈ ਉਹ ਕੀ ਹੈ ਤੁਹਾਡਾ ਇਥਾਈਲ ਆਇਓਡਾਈਡ ਹੈ। ਤਾਂ ਇਥਾਈਲ ਆਇਓਡਾਈਡ ਦੇ ਵਿੱਚ ਦੇਖੋ ਇੱਕ ਸਿਗਨਲ ਤੁਹਾਨੂੰ ਇਸ CH2 ਕੋਰਸਪੋਂਡਿੰਗ ਮਿਲੇਗਾ, ਦੂਸਰਾ ਸਿਗਨਲ ਤੁਹਾਨੂੰ ਇਸ CH3 ਦੇ ਕੋਰਸਪੋਂਡਿੰਗ ਮਿਲੇਗਾ। ਦੈਟ ਮੀਨਸ ਤੁਹਾਨੂੰ ਦੋ ਸਿਗਨਲ ਮਿਲਣਗੇ ਕਿਉਂਕਿ ਜੋ ਥੋੜਾ CH2 ਹੈ ਉਹ ਇਲੈਕਟ੍ਰੋਨੈਗੇਟਿਵ ਐਟਮ ਦੇ ਨਾਲ ਅਟੈਚਡ ਹੈ ਤਾਂ ਇਸ ਦੀ ਵੈਲਿਊ 2 ਤੋਂ ਲੈ ਕੇ 5 ppm ਦੇ ਵਿੱਚ ਆਏਗੀ। ਐਂਡ ਆਹ ਤੁਹਾਡਾ sp3 ਹਾਈਬ੍ਰਿਡਾਈਜ਼ਡ ਕਾਰਬਨ ਹੈ, ਇਸ ਦੀ ਵੈਲਿਊ 0.5 ਤੋਂ ਲੈ ਕੇ 2 ਦੇ ਵਿੱਚ ਆਏਗੀ। ਤਾਂ ਉਹ ਵੈਲਿਊਜ਼ ਲਿਖੀਆਂ ਹੋਈਆਂ ਨੇ। ਨਾਓ ਹੁਣ ਅਗਰ ਆਪਾਂ ਸਿਗਨਲ ਦੀ ਸਪਲਿਟਿੰਗ ਦੀ ਗੱਲ ਕਰਦੇ ਹਾਂ ਤਾਂ ਦੇਖੋ ਇੱਥੇ ਦੋ ਪ੍ਰੋਟੋਨ ਨੇ, ਤਾਂ ਜੋ ਸਿਗਨਲ ਸਪਲਿਟ ਕਰਨਾ ਹੈ ਉਹ ਨੇਬਰਿੰਗ ਪ੍ਰੋਟੋਨ ਕਰਨਗੇ। ਤਾਂ ਨੇਬਰ ਦੇ ਵਿੱਚ ਕਿੰਨੇ ਪ੍ਰੋਟੋਨ ਨੇ 3। ਤਾਂ ਅਗਰ n equal to 3 ਹੈ ਤਾਂ ਤੁਸੀਂ ਅਗਰ ਆਹ ਫਾਰਮੂਲਾ ਲਗਾਉਂਦੇ ਹੋ 2ni+1 ਤਾਂ ਆਪਣੇ ਕੋਲ ਕਿੰਨੇ ਸਿਗਨਲ ਆਣਗੇ ਇੱਥੇ ਤੁਸੀਂ ਚੈੱਕ ਕਰ ਸਕਦੇ ਹੋ। ਤਾਂ ਇੱਥੇ ਸਿਗਨਲ ਕਿੰਨੇ ਆਣਗੇ ਤੁਹਾਡੇ ਕੋਲ 4। that means ਜੋ ਤੁਹਾਡਾ CH2 ਹੈ ਉਹਦਾ ਜੋ ਪਾਰਟਿਕੂਲਰ ਸਿਗਨਲ ਹੈ ਉਹ ਕੁਆਰਟੈਟ ਦੇ ਵਿੱਚ ਕੀ ਹੋ ਜਾਏਗਾ ਸਪਲਿਟ ਹੋਏਗਾ। ਤਾਂ ਜੋ 2h ਦੇ ਕੋਰਸਪੋਂਡਿੰਗ ਸਿਗਨਲ ਆਏਗਾ ਜੋ ਦੋ ਪ੍ਰੋਟੋਨ ਨੇ ਉਹ ਤੁਹਾਨੂੰ ਕੀ ਦੇਣਗੇ ਇੱਕ ਕੁਆਰਟੈਟ ਦੇਣਗੇ। ਸਿਮਿਲਰਲੀ ਜੋ ਤੁਹਾਡੇ ਤਿੰਨ ਹਾਈਡਰੋਜਨ ਨੇ ਉਹਦਾ ਜੋ ਸਿਗਨਲ ਸਪਲਿਟ ਹੋਏਗਾ that is due to the 2 hydrogen of your methylene group। ਤਾਂ ਦੋ ਹਾਈਡਰੋਜਨ ਕਿੰਨੇ ਵਿੱਚ ਕਨਵਰਟ ਕਰਨਗੇ ਤੁਹਾਡੇ ਸਿਗਨਲ ਨੂੰ ਟ੍ਰਿਪਲੇਟ ਦੇ ਵਿੱਚ ਕਨਵਰਟ ਕਰਨਗੇ। ਕਲੀਅਰ ਇੱਥੋਂ ਤੱਕ ਪੁਆਇੰਟ। ਨਾਓ ਅਗਰ ਇੰਟੈਂਸਿਟੀ ਰੇਸ਼ੋ ਦੀ ਗੱਲ ਕਰੀਏ ਤਾਂ ਇੰਟੈਂਸਿਟੀ ਰੇਸ਼ੋ ਕਿਸ ਚੀਜ਼ ਤੇ ਡਿਪੈਂਡ ਕਰਦੀ ਹੈ ਤੁਹਾਡੇ ਨੰਬਰ ਆਫ ਪ੍ਰੋਟੋਨਸ ਤੇ। ਤਾਂ CH3 ਦੇ ਵਿੱਚ 3 ਪ੍ਰੋਟੋਨ ਸੀ, CH2 ਦੇ ਵਿੱਚ ਕਿੰਨੇ ਪ੍ਰੋਟੋਨ ਸੀ ਤੁਹਾਡੇ 2। ਤਾਂ ਇੰਟੈਂਸਿਟੀ ਰੇਸ਼ੋ ਕਿੰਨੀ ਆਉਂਦੀ ਹੈ ਤੁਹਾਡੀ 3:2। ਤਾਂ ਅਗਰ ਦੇਖੋ ਮੈਂ ਇਹਨਾਂ ਦਾ ਕਰਵ ਡਰਾ ਕਰਦਾ ਹਾਂ ਤਾਂ ਕਰਵ ਦੇਖੋ ਕਿਦਾਂ ਦਾ ਆਏਗਾ। ਪਹਿਲਾ 1.5 ਤਾਂ 1.5 ਤੇ ਜੋ ਸਿਗਨਲ ਹੈ 3h 3 ਹਾਈਡਰੋਜਨ ਕਰਕੇ ਕਿੰਨਾ ਆ ਰਿਹਾ ਹੈ ਟ੍ਰਿਪਲੇਟ। ਟ੍ਰਿਪਲੇਟ ਕਿੰਨੀ ਇੰਟੈਂਸਿਟੀ ਤੇ ਆਂਦਾ ਹੈ 1:2:1। ਤਾਂ ਜੋ ਤੁਹਾਡਾ ਸੈਕਿੰਡ ਵਾਲਾ ਕਰਵ ਹੈ ਇੰਟਰਮੀਡੀਏਟ ਕਰਵ ਹੈ ਉਹਦੀ ਇੰਟੈਂਸਿਟੀ ਕੀ ਆਏਗੀ ਡਬਲ ਆਏਗੀ ਐਸ ਕੰਪੇਅਰ ਟੂ ਦਾ ਫਰਸਟ ਐਂਡ ਦਾ ਥਰਡ ਲਾਈਨ। ਸਿਮਿਲਰਲੀ ਜੋ ਤੁਹਾਡੇ ਕੋਰਸਪੋਂਡਿੰਗ 2.5 ਤੇ ਆ ਰਿਹਾ ਹੈ ਉਸ ਦਾ ਸਿਗਨਲ ਕੀ ਆ ਰਿਹਾ ਹੈ ਕੁਆਰਟੈਟ ਆ ਰਿਹਾ ਹੈ। ਤਾਂ ਆਪਾਂ ਚਾਰ ਲਾਈਨਸ ਬਣਾਵਾਂਗੇ ਜਿਨ੍ਹਾਂ ਦੀ ਇੰਟੈਂਸਿਟੀ ਰੇਸ਼ੋ ਕਿੰਨੀ ਸ਼ੋ ਕਰਨੀ ਆ ਆਪਾਂ 1:3:1। ਇੱਥੇ ਤੱਕ ਪੁਆਇੰਟ ਕਲੀਅਰ ਹੈ। टॉपिक है लास्ट टाइम ਇਹਨਾਂ ਤੋਂ क्वेश्चन पूछा जा चुका है that is your proton exchange। देखो proton exchange ਕਿੰਨਾ ਵਿੱਚ ਹੁੰਦਾ ਹੈ ਜਿੰਨਾ ਵਿੱਚ ਤੁਹਾਡਾ ਐਸਿਡਿਕ ਹਾਈਡਰੋਜਨ ਪ੍ਰੈਜ਼ੈਂਟ ਹੁੰਦਾ ਹੈ। ਲੈਟਸ ਟੇਕ ਦਾ ਐਗਜ਼ਾਮਪਲ ਆਫ ਯੂਰ ਇਥੇਨੋਲ। ਤਾਂ ਇਥੇਨੋਲ ਦੇ ਵਿੱਚ ਦੇਖੋ ਜੋ ਤੁਹਾਡਾ ਇਹ ਹਾਈਡਰੋਜਨ ਹੈ ਨਾ ਉਹ ਐਸਿਡਿਕ ਹੋਣ ਕਰਕੇ ਦੂਸਰੇ ਜੋ ਤੁਹਾਡੇ ਇਥੇਨੋਲ ਦੇ ਮੋਲੀਕਿਊਲਸ ਨੇ ਉਹ ਇਸ ਹਾਈਡਰੋਜਨ ਨੂੰ ਕੀ ਕਰ ਲੈਂਦੇ ਨੇ ਅਬਸਟ੍ਰੈਕਟ ਕਰ ਲੈਂਦੇ ਨੇ ਵਾਇਆ ਹਾਈਡਰੋਜਨ ਬੌਂਡਿੰਗ। ਜਿਸ ਕਰਕੇ ਕੀ ਹੁੰਦਾ ਹੈ ਇਹ ਵਾਲਾ ਜੋ ਹਾਈਡਰੋਜਨ ਹੈ ਉਹ ਜੋ ਸਪੈਕਟਰਾ ਹੈ NMR ਜੋ ਤੁਹਾਡਾ ਸਪੈਕਟ੍ਰੋਮੀਟਰ ਹੈ ਉਹ ਇਸ ਹਾਈਡਰੋਜਨ ਨੂੰ ਡਿਟੈਕਟ ਨਹੀਂ ਕਰ ਪਾਉਂਦਾ ਜਿਸ ਦੇ ਕੋਰਸਪੋਂਡਿੰਗ ਤੁਹਾਨੂੰ ਇੱਥੇ ਸਿਗਨਲ obtained ਨਹੀਂ ਹੁੰਦਾ। ਤਾਂ ਅਗਰ ਇਹ ਕੇਸ ਕਦੋਂ ਅਰਾਈਜ਼ ਹੁੰਦਾ ਹੈ ਜਦੋਂ ਤੁਹਾਡਾ ਸੈਂਪਲ ਕੀ ਹੈ ਇੰਪਿਓਰ ਹੈ। ਜਦੋਂ ਤੁਹਾਡਾ ਸੈਂਪਲ ਇੰਪਿਓਰ ਹੁੰਦਾ ਹੈ ਤਾਂ ਇਹ ਵਾਲਾ ਜੋ ਪ੍ਰੋਟੋਨ ਹੈ ਉਹ ਕੀ ਕਰਦਾ ਹੈ ਤੁਹਾਡਾ ਬੌਂਡਿੰਗ ਦੇ ਵਿੱਚ ਕੀ ਕਰਦਾ ਹੈ ਹਾਈਡਰੋਜਨ ਬੌਂਡਿੰਗ ਚ ਪਾਰਟਿਸਿਪੇਟ ਕਰਦਾ ਹੈ ਜਿਸ ਕਰਕੇ ਜੋ ਇਹ ਹਾਈਡਰੋਜਨ ਹੈ NMR ਉਸ ਨੂੰ ਡਿਟੈਕਟ ਨਹੀਂ ਕਰ ਪਾਉਂਦਾ ਪ੍ਰੋਪਰਲੀ ਜਿਸ ਕਰਕੇ ਉਸਦੇ ਕੋਰਸਪੋਂਡਿੰਗ ਆਪਾਂ ਨੂੰ ਕੋਈ ਪਾਰਟਿਕੂਲਰ ਪੀਕ ਜਾਂ ਵੈਲਿਊ obtained ਨਹੀਂ ਹੁੰਦੀ। ਤਾਂ ਸਮਟਾਈਮਸ ਦੇਖੋ ਪੇਪਰ ਦੇ ਵਿੱਚ ਉਹ ਮੈਂਸ਼ਨ ਕਰ ਦਿੰਦੇ ਨੇ ਇੰਪਿਓਰ ਸੈਂਪਲ, ਸਮਟਾਈਮਸ ਮੈਂਸ਼ਨ ਕਰ ਦਿੰਦੇ ਨੇ ਤੁਹਾਡਾ ਸੈਂਪਲ ਕੀ ਹੈ ਪਿਓਰ। ਤਾਂ ਦੋਨਾਂ ਕੇਸਾਂ ਦੇ ਵਿੱਚ ਦੇਖੋ ਡਿਫਰੈਂਸ ਹੈ। ਅਗਰ ਤੁਹਾਡਾ ਸੈਂਪਲ ਇੰਪਿਓਰ ਹੈ ਤਾਂ ਜੋ ਆਹ ਵਾਲਾ ਹਾਈਡਰੋਜਨ ਹੈ ਜੋ ਆਕਸੀਜਨ ਦੇ ਨਾਲ ਅਟੈਚਡ ਹੈ ਤਾਂ ਇਹ ਕਿਸੇ ਦੇ ਨਾਲ ਸਪਲਿਟਿੰਗ ਸ਼ੋ ਨਹੀਂ ਕਰੇਗਾ। ਧਿਆਨ ਰੱਖਣਾ ਇਹ ਵਾਲਾ ਸਿਗਨਲ ਕਿਸੇ ਦੇ ਨਾਲ ਸਪਲਿਟਿੰਗ ਸ਼ੋ ਨਹੀਂ ਕਰਦਾ ਬਿਕੋਜ਼ ਇੰਪਿਓਰ ਹੋਣ ਕਰਕੇ ਇਹ ਵਾਲਾ ਹਾਈਡਰੋਜਨ ਕੀ ਹੈ ਹਾਈਡਰੋਜਨ ਬੌਂਡਿੰਗ ਦੇ ਵਿੱਚ ਪਾਰਟਿਸਿਪੇਟ ਕਰਦਾ ਹੈ ਤਾਂ ਇਹ ਪਾਰਟਿਕੂਲਰ ਇੱਕ ਮੋਲੀਕਿਊਲ ਦੇ ਨਾਲ ਐਸੋਸੀਏਟ ਨਹੀਂ ਰਹਿੰਦਾ ਦੂਸਰੇ ਮੋਲੀਕਿਊਲਸ ਦੇ ਨਾਲ ਚਲਾ ਜਾਂਦਾ ਹੈ ਜਿਸ ਕਰਕੇ ਜੋ ਥੋੜਾ NMR ਸਪੈਕਟਰਾ ਹੈ ਉਹ ਇਸ ਹਾਈਡਰੋਜਨ ਨੂੰ ਡਿਟੈਕਟ ਨਹੀਂ ਕਰ ਪਾਉਂਦਾ। ਔਨ ਦਾ ਅਦਰ ਹੈਂਡ ਅਗਰ ਤੁਹਾਡਾ ਸੈਂਪਲ ਪਿਓਰ ਹੈ ਤਾਂ ਜੋ ਤੁਹਾਡਾ ਹਾਈਡਰੋਜਨ ਆਕਸੀਜਨ ਦੇ ਨਾਲ ਅਟੈਚਡ ਹੈ ਉਹ ਪਾਰਟਿਕੂਲਰ ਇਸੇ ਮੋਲੀਕਿਊਲ ਦੇ ਨਾਲ ਅਟੈਚਡ ਰਹਿੰਦਾ ਹੈ ਤੇ ਇਹ ਸਪਲਿਟਿੰਗ ਦੇ ਵਿੱਚ ਪਾਰਟਿਸਿਪੇਟ ਕਰਦਾ ਹੈ। ਤਾਂ ਕਿੱਦਾਂ ਕਰਦਾ ਹੈ ਦੇਖੋ ਅਗਰ ਤੁਹਾਡਾ ਅਗਰ ਇਸ CH2 ਮੋਲੀਕਿਊਲ ਦੀ ਗੱਲ ਕਰੀਏ ਤਾਂ ਇਸ CH2 ਦੇ ਨੇਬਰਿੰਗ ਦੇ ਵਿੱਚ ਤੁਹਾਡਾ ਆਹ CH3 ਵੀ ਪ੍ਰੈਜ਼ੈਂਟ ਹੈ ਤੇ ਆਹ H ਵੀ ਪ੍ਰੈਜ਼ੈਂਟ ਹੈ। ਤਾਂ ਜਿਸ ਕਰਕੇ ਜੋ ਤੁਹਾਡਾ ਸਿਗਨਲ ਹੈ ਦੋਨਾਂ ਪਾਸੋਂ ਸਪਿਨ ਸਪਿਨ ਸਪਲਿਟਿੰਗ ਕਰੇਗਾ ਸਿਗਨਲ ਕੀ ਆਏਗਾ ਤੁਹਾਡਾ ਇੱਥੇ ਮਲਟੀਪਲੈਟ ਆਏਗਾ। ਐਂਡ ਜੋ ਤੁਹਾਡਾ ਹਾਈਡਰੋਜਨ ਆਕਸੀਜਨ ਦੇ ਨਾਲ ਅਟੈਚਡ ਹੈ ਉਸਦੀ ਜੋ ਸਪਲਿਟਿੰਗ ਹੈ that is due to this CH2 ਕਾਰਬਨ ਕਿਉਂਕਿ ਇੱਥੇ ਦੋ ਹਾਈਡਰੋਜਨ ਪ੍ਰੈਜ਼ੈਂਟ ਨੇ ਤਾਂ ਦੋ ਹਾਈਡਰੋਜਨ ਕਰਕੇ ਇਹਦਾ ਸਿਗਨਲ ਕੀ ਆਏਗਾ ਇੱਥੇ ਟ੍ਰਿਪਲੇਟ ਦੇ ਵਿੱਚ ਕੀ ਹੋ ਜਾਏਗਾ ਸਪਲਿਟ ਹੋ ਜਾਏਗਾ।
ਸੋ that is the difference between the impure sample and the pure sample। ਇਸ ਦੇ ਬੇਸ ਤੇ ਤੁਹਾਨੂੰ ਆਲਰੇਡੀ ਪ੍ਰੀਵੀਅਸ ਈਅਰ ਦੇ ਵਿੱਚ ਕੁਐਸਚਨਸ ਆ ਚੁੱਕੇ ਨੇ, ਇਸੇ ਕਰਕੇ ਮੈਂ ਇਹ ਟੌਪਿਕ ਤੁਹਾਨੂੰ ਕਰਵਾਇਆ ਹੈ। ਤਾਂ ਇਨ ਦਾ ਹੋਲ ਜੋ ਵੀ ਆਪਾਂ ਹੁਣ ਤੱਕ ਇੱਥੇ ਪੜ੍ਹਿਆ ਹੈ, ਉਹਦੇ ਵਿੱਚ ਦੇਖੋ ਆਪਾਂ ਕੀ ਚੀਜ਼ ਡਿਸਕਸ ਕੀਤੀ ਹੈ ਕਿ ਜੋ ਤੁਹਾਡੇ ਨੰਬਰ ਆਫ ਸਿਗਨਲਸ ਨੇ ਉਹ ਆਪਾਂ ਨੂੰ ਕਿਸ ਚੀਜ਼ ਤੋਂ ਡਿਫਾਈਨ ਹੁੰਦੇ ਨੇ ਕਿ ਉਹ ਕਿਸ ਇਨਵਾਇਰਨਮੈਂਟ ਦੇ ਵਿੱਚ ਪ੍ਰੈਜ਼ੈਂਟ ਨੇ, ਵੈਦਰ ਤੁਹਾਡੇ ਜੋ ਪ੍ਰੋਟੋਨ ਨੇ ਉਹ ਇਕੁਅਲੈਂਟ ਨੇ ਜਾਂ ਤੁਹਾਡੇ ਨॉन ਇਕੁਅਲੈਂਟ ਨੇ। ਤਾਂ ਨੰਬਰ ਆਫ ਜੋ ਸਿਗਨਲਸ ਨੇ ਉਹ ਆਪਾਂ ਨੂੰ ਦੱਸਦੇ ਨੇ ਕਿ ਇਨ ਅ ਗਿਵਨ ਕੰਪਾਊਂਡ ਕਿੰਨੀ ਤਰ੍ਹਾਂ ਦੇ ਪ੍ਰੋਟੋਨ ਤੁਹਾਡੇ ਪ੍ਰੈਜ਼ੈਂਟ ਨੇ। ਪੋਜੀਸ਼ਨ ਆਫ ਸਿਗਨਲ ਆਪਾਂ ਨੂੰ ਕੀ ਦੱਸਦਾ ਹੈ, ਕਿਸੇ ਵੀ ਪਾਰਟਿਕੂਲਰ ਪ੍ਰੋਟੋਨ ਦੇ ਪਾਰਟਿਕੂਲਰ ਇਨਵਾਇਰਨਮੈਂਟ ਬਾਰੇ ਦੱਸਦਾ ਹੈ ਕਿ ਜੋ ਤੁਹਾਡਾ ਪਾਰਟਿਕੂਲਰ ਪ੍ਰੋਟੋਨ ਹੈ ਉਹ ਕਿਸ ਇਨਵਾਇਰਨਮੈਂਟ ਦੇ ਵਿੱਚ ਪ੍ਰੈਜ਼ੈਂਟ ਹੈ, ਉਸ ਦੇ ਨਾਲ ਕਿਸ ਤਰ੍ਹਾਂ ਦੇ ਗਰੁੱਪ ਕੀ ਹੈ ਅਟੈਚਡ ਹੈ। ਏਰੀਆ ਅੰਡਰ ਆ ਪੀਕ ਜਿਸ ਨੂੰ ਆਪਾਂ ਇੰਟੈਂਸਿਟੀ ਬੋਲ ਦਿੰਦੇ ਹਾਂ, ਤਾਂ ਏਰੀਆ ਜੋ ਹੁੰਦੀ ਹੈ ਉਹ ਆਪਾਂ ਨੂੰ ਕੀ ਡਿਫਾਈਨ ਕਰਦੀ ਹੈ, ਰਿਲੇਟਿਵ ਨੰਬਰ ਆਫ ਪ੍ਰੋਟੋਨਸ ਆਫ ਡਿਫਰੈਂਟ ਕਾਈਂਡ, ਹੈ ਨਾ। ਇੱਕ ਪਾਰਟਿਕੂਲਰ ਅਗਰ ਆਪਾਂ ਪੀਕ ਦੀ ਗੱਲ ਕਰੀਏ, ਉਸਦੀ ਜੋ ਇੰਟੈਂਸਿਟੀ ਹੈ ਉਹ ਆਪਾਂ ਨੂੰ ਕੀ ਦੱਸਦੀ ਹੈ ਕਿ ਜੋ ਆਹ ਪਾਰਟਿਕੂਲਰ ਪੀਕ ਆਈ ਹੈ ਉਹ ਕਿੰਨੇ ਨੰਬਰ ਆਫ ਪ੍ਰੋਟੋਨਸ ਕਰਕੇ ਆਪਣੇ ਕੋਲ obtained ਹੋਇਆ ਹੈ ਇਹ ਪਾਰਟਿਕੂਲਰ ਸਿਗਨਲ। ਐਂਡ ਜੋ ਸਪਲਿਟਿੰਗ ਆਫ ਸਿਗਨਲ ਹੈ ਉਹ ਆਪਾਂ ਨੂੰ ਕੀ ਦੱਸਦਾ ਹੈ, ਨੇਬਰਿੰਗ ਇਨਵਾਇਰਨਮੈਂਟ ਬਾਰੇ ਦੱਸਦਾ ਹੈ। ਤਾਂ ਇਸ ਤਰ੍ਹਾਂ ਕਰਕੇ ਜੋ ਆਪਣਾ NMR ਜੋ ਸਪੈਕਟ੍ਰੋਸਕੋਪੀ ਹੈ ਉਹ ਆਪਾਂ ਨੂੰ ਹੈਲਪ ਕਰਦੀ ਹੈ ਫॉर ਦਾ ਸਟਰਕਚਰ ਡਿਟਰਮੀਨੇਸ਼ਨ ਦੇ ਵਿੱਚ ਆਪਾਂ ਨੂੰ ਹੈਲਪ ਕਰਦੀ ਹੈ ਕਿ ਉਹਦੇ ਵਿੱਚ ਕਿੰਨੇ ਤਰ੍ਹਾਂ ਦੇ ਪ੍ਰੋਟੋਨ ਪ੍ਰੈਜ਼ੈਂਟ ਨੇ, ਹਰ ਇੱਕ ਪ੍ਰੋਟੋਨ ਕਿਸ ਦੇ ਨਾਲ ਅਟੈਚਡ ਹੈ, ਉਹਦੇ ਨਾਲ ਕਿਸ ਤਰ੍ਹਾਂ ਦਾ ਇਨਵਾਇਰਨਮੈਂਟ ਪ੍ਰੈਜ਼ੈਂਟ ਹੈ। ਹਰ ਪਾਰਟਿਕੂਲਰ ਪ੍ਰੋਟੋਨ ਦਾ ਨੇਬਰਿੰਗ ਇਨਵਾਇਰਨਮੈਂਟ ਵੀ ਆਪਾਂ ਚੈੱਕ ਕਰ ਸਕਦੇ ਹਾਂ ਬਾਈ ਇਟਸ ਸਪਿਨ ਕਪਲਿੰਗ ਦੇ ਨਾਲ। ਤਾਂ ਇਸ ਤਰ੍ਹਾਂ ਕਰਕੇ ਜੋ ਆਪਣਾ NMR ਸਪੈਕਟ੍ਰੋਸਕੋਪੀ ਹੈ ਉਹ ਆਪਾਂ ਨੂੰ ਕਿਸੇ ਵੀ ਇੱਕ ਅਨਨੋਨ ਸੈਂਪਲ ਦੇ ਸਟਰਕਚਰ ਡਿਟਰਮੀਨੇਸ਼ਨ ਦੇ ਵਿੱਚ ਬੜਾ ਹੀ ਹੈਲਪਫੁਲ ਰੋਲ ਪਲੇ ਕਰਦੀ ਹੈ, ਆਪਾਂ ਨੂੰ ਉਸਦੇ ਸਟਰਕਚਰ ਡਿਟਰਮੀਨੇਸ਼ਨ ਦੇ ਵਿੱਚ ਹੈਲਪ ਕਰਦੀ ਹੈ। ਅਗਰ ਇੱਥੇ ਤੱਕ ਕਿਸੇ ਨੂੰ ਕੋਈ ਡਾਊਟ ਹੈ ਤਾਂ ਮੈਨੂੰ ਪੁੱਛ ਸਕਦੇ ਹੋ। ਦੇਖੋ ਇੱਕ ਵਾਰੀ ਕੁਐਸਚਨ ਸ਼ਾਇਦ ਪੇਪਰ 'ਚ ਆਇਆ ਹੋਇਆ ਸੀ, ਲੈਟਸ ਸਪੋਜ਼ ਕਿ ਤੁਹਾਡੇ ਕੋਲ ਇੱਕ ਐਸੀਟੋਨ ਹੈ ਤੇ ਇੱਕ ਤੁਹਾਡੇ ਕੋਲ ਦਿੱਤਾ ਹੋਇਆ ਹੈ ਤੁਹਾਡਾ ਮਿਥਾਈਲ ਕਲੋਰਾਈਡ। ਪੇਪਰ 'ਚ ਕੁਐਸਚਨ ਦੇਖੋ ਕੀ ਗਿਵਨ ਹੈ ਕਿ ਤੁਹਾਡੇ ਕੋਲ ਦੇਖੋ ਇੱਕ ਤੁਹਾਡਾ ਐਸੀਟੋਨ ਮੋਲੀਕਿਊਲ ਹੈ, ਦੂਸਰਾ ਤੁਹਾਡਾ ਮਿਥਾਈਲ ਕਲੋਰਾਈਡ ਹੈ। ਇਹਨਾਂ ਦੇ ਜੋ ਸਿਗਨਲ ਆ ਰਹੇ ਨੇ ਦੋਨਾਂ ਦੀ ਜੋ ਇੰਟੈਂਸਿਟੀ ਰੇਸ਼ੋ ਹੈ ਉਹ ਕਿੰਨੀ ਹੈ, 1:1 ਹੈ। ਤਾਂ ਉਹ ਪੁੱਛਿਆ ਸੀ ਕਿ ਇਹਨਾਂ ਦੇ ਮੋਲਰ ਕਿੰਨੇ ਲਓਗੇ, A ਦੇ ਕਿੰਨੇ ਮੋਲ ਹੋਣਗੇ ਤੇ B ਦੇ ਕਿੰਨੇ ਮੋਲ ਪ੍ਰੈਜ਼ੈਂਟ ਹੋਣਗੇ, ਸੋ ਦੈਟ ਜੋ ਸਿਗਨਲ ਦੀ ਇੰਟੈਂਸਿਟੀ ਹੈ ਉਹ 1:1 ਆਵੇ। ਆਈ ਰਿਪੀਟ ਅਗੇਨ, ਇੱਕ ਕੁਐਸਚਨ ਹੈ ਕਿ ਅਗਰ ਤੁਹਾਡੇ ਕੋਲ ਐਸੀਟੋਨ ਗਿਵਨ ਹੈ ਤੇ ਦੂਸਰਾ ਤੁਹਾਡੇ ਕੋਲ ਮਿਥਾਈਲ ਕਲੋਰਾਈਡ ਗਿਵਨ ਹੈ, ਕੁਐਸਚਨ ਗਿਵਨ ਕੀ ਹੈ ਕਿ ਇਹਨਾਂ ਦੀ ਜੋ ਇੰਟੈਂਸਿਟੀ ਹੈ ਉਹ 1:1 ਹੈ। ਤਾਂ ਕੁਐਸਚਨ 'ਚ ਪੁੱਛਿਆ ਕੀ ਗਿਆ ਹੈ ਕਿ ਤੁਸੀਂ A ਦੇ ਤੇ B ਦੇ ਕਿੰਨੇ ਮੋਲਸ ਲਓਗੇ ਸੋ ਦੈਟ ਇਹਨਾਂ ਦੀ ਜੋ ਇੰਟੈਂਸਿਟੀ ਹੈ ਉਹ ਕਿੰਨੀ ਆਵੇ, 1:1 ਆਵੇ। ਤਾਂ ਦੇਖੋ ਆਪਣੇ ਕੋਲ ਜੋ ਇੰਟੈਂਸਿਟੀ ਦਿੱਤੀ ਹੈ 1:1, ਤਾਂ ਇੰਟੈਂਸਿਟੀ ਕਿਸ ਕਰਕੇ ਆਂਦੀ ਹੈ, ਡਿਊ ਟੂ ਦਾ ਨੰਬਰ ਆਫ ਇਕੁਅਲੈਂਟ ਪ੍ਰੋਟੋਨਸ, ਡਿਊ ਟੂ ਦਾ ਨੰਬਰ ਆਫ ਇਕੁਅਲੈਂਟ ਪ੍ਰੋਟੋਨਸ। ਤਾਂ ਦੇਖੋ ਹੁਣ ਕਹਿ ਰਹੇ ਨੇ ਅਗਰ ਦੋਨਾਂ ਕੇਸਾਂ ਦੇ ਵਿੱਚ ਇੰਟੈਂਸਿਟੀ ਜੋ ਰੇਸ਼ੋ ਹੈ 1:1 ਹੈ, ਤਾਂ ਇੱਥੇ ਇਕੁਅਲੈਂਟ ਪ੍ਰੋਟੋਨਸ ਕਿੰਨੇ ਨੇ, 6 ਹਾਈਡਰੋਜਨ ਨੇ। ਇਸ ਕੇਸ ਦੇ ਵਿੱਚ ਇਕੁਅਲੈਂਟ ਪ੍ਰੋਟੋਨ ਕਿੰਨੇ ਨੇ ਤੁਹਾਡੇ, 3 ਹਾਈਡਰੋਜਨ ਨੇ। ਅਗਰ ਆਪਾਂ ਚਾਹੁੰਦੇ ਹਾਂ ਕਿ ਜੋ ਆਪਣੀ ਇੰਟੈਂਸਿਟੀ ਹੈ 1:1 ਹੋਵੇ, that means ਦੋਨਾਂ ਕੇਸਾਂ ਦੇ ਵਿੱਚ ਪ੍ਰੋਟੋਨਸ ਕੀ ਹੋਣੇ ਚਾਹੀਦੇ ਨੇ ਤੁਹਾਡੇ, ਸੇਮ ਹੋਣੇ ਚਾਹੀਦੇ ਨੇ। ਤਾਂ ਪ੍ਰੋਟੋਨਸ ਕਦੋਂ ਸੇਮ ਬਣਨਗੇ, ਦੇਖੋ ਇੱਥੇ ਤਾਂ 6 ਨੇ, ਤਾਂ ਅਗਰ ਆਪਾਂ ਇੱਥੇ ਇਹਨੂੰ 6 ਬਣਾਉਣਾ ਹੈ that means ਆਪਾਂ ਨੂੰ ਮਿਥਾਈਲ ਕਲੋਰਾਈਡ ਦੇ ਕਿੰਨੇ ਮੋਲਸ ਲੈਣੇ ਪੈਣਗੇ, 2 ਮੋਲਸ, ਕਿਉਂਕਿ ਅਗਰ ਇੱਕ ਮੋਲ ਦੇ ਵਿੱਚ ਤੁਹਾਡੇ 3 ਹਾਈਡਰੋਜਨ ਨੇ ਤਾਂ 2 ਮੋਲ ਦੇ ਵਿੱਚ ਕਿੰਨੇ ਹਾਈਡਰੋਜਨ ਹੋ ਜਾਣਗੇ, 6। ਤਾਂ ਅਗਰ ਇਸ ਦੇ ਵਿੱਚ ਵੀ 6 ਪ੍ਰੋਟੋਨ ਹੋ ਗਏ ਐਂਡ ਐਸੀਟੋਨ ਵਿੱਚ ਵੀ 6 ਪ੍ਰੋਟੋਨ ਹੈ, ਤਾਂ 6 ਪ੍ਰੋਟੋਨ ਤੇ 6 ਪ੍ਰੋਟੋਨ ਆਪਾਂ ਨੂੰ ਇੰਟੈਂਸਿਟੀ ਰੇਸ਼ੋ ਕਿੰਨੀ ਦੇ ਦੇਣਗੇ, 1:1। that means ਇਸ ਕੁਐਸਚਨ ਦਾ ਆਨਸਰ ਕੀ ਆਣਾ ਸੀ ਕਿ ਆਪਣੇ ਕੋਲ ਐਸੀਟੋਨ ਦੇ ਕਿੰਨੇ ਮੋਲ ਹੋਣਗੇ, 1 ਮੋਲ ਹੋਏਗਾ ਐਂਡ ਜੋ ਤੁਹਾਡਾ ਮਿਥਾਈਲ ਕਲੋਰਾਈਡ ਹੈ CH3Cl ਉਸਦੇ ਆਪਾਂ ਨੂੰ ਕਿੰਨੇ ਮੋਲ ਲੈਣੇ ਪੈਣਗੇ, 2 ਮੋਲ ਲੈਣੇ ਪੈਣਗੇ। ਤਦ ਜਾ ਕੇ ਜੋ ਦੋਨਾਂ ਦੇ ਸਿਗਨਲ ਦੀ ਜੋ ਇੰਟੈਂਸਿਟੀ ਹੈ ਉਹ ਕਿੰਨੀ ਆਏਗੀ ਤੁਹਾਡੀ, 1:1 ਆਏਗੀ। ਤਾਂ ਇਸ ਤਰ੍ਹਾਂ ਦਾ ਕੁਐਸਚਨ ਵੀ ਇੱਕ ਵਾਰੀ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਤਾਂ ਦੇਖੋ ਇੱਕ ਕੁਐਸਚਨ ਤੁਹਾਡੇ ਕੋਲ ਹੈ ਕਿ ਆਪਣੇ ਕੋਲ 1H NMR ਹੈ, ਸਪੈਕਟਰਮ ਆਪਾਂ ਲੈ ਰਹੇ ਹਾਂ HD ਦਾ, ਕਹਿੰਦੇ ਉਹ ਕਿਸ ਤਰ੍ਹਾਂ ਦਾ ਸਿਗਨਲ ਸ਼ੋ ਕਰੇਗਾ। ਤਾਂ ਦੇਖੋ ਇੱਥੇ ਪ੍ਰੋਟੋਨ ਹੈ, ਪ੍ਰੋਟੋਨ ਦਾ ਜੋ ਸਿਗਨਲ ਆਏਗਾ that is due to the deuterium। ਤਾਂ ਕਿਸ ਤਰ੍ਹਾਂ ਸਿਗਨਲ ਆਪਾਂ ਲੈਣੇ ਆ, ਆਪਾਂ ਨੂੰ ਪਤਾ ਹੈ 2Ni+1। ਤਾਂ ਆਪਣੇ ਕੋਲ ਦੇਖੋ 2 N ਮਤਲਬ ਕਿੰਨੇ ਨੇ ਨਿਊਟ੍ਰੋਨ, ਕਿਸ ਕਰਕੇ ਸਿਗਨਲ ਆ ਰਿਹਾ ਤੁਹਾਡੇ ਡਿਊਟੀਰੀਅਮ ਕਰਕੇ, ਕਿੰਨੇ ਡਿਊਟੀਰੀਅਮ ਨੇ, 1। ਡਿਊਟੀਰੀਅਮ ਦੀ I ਵੈਲਿਊ ਕਿੰਨੀ ਹੁੰਦੀ ਹੈ, 1+1। ਤਾਂ ਅਗਰ ਤੁਸੀਂ ਇਹਨੂੰ ਸੋਲਵ ਕਰੋਗੇ ਤਾਂ ਕਿੰਨੇ ਸਿਗਨਲ ਆਣਗੇ ਤੁਹਾਡਾ, 3। that means ਦੇਖੋ ਡਿਊਟੀਰੀਅਮ ਕਰਕੇ ਜੋ ਵੀ ਸਿਗਨਲ ਆਏਗਾ
ਉਹ ਤੁਹਾਡਾ ਟ੍ਰਿਪਲੇਟ ਸਿਗਨਲ ਆਏਗਾ। ਸਿਗਨਲ ਕੀ ਆਏਗਾ ਤੁਹਾਡਾ? ਟ੍ਰਿਪਲੇਟ ਆਏਗਾ। ਹੁਣ ਦੇਖੋ ਗੱਲ ਕਰਨੀ ਹੈ ਇਹਨਾਂ ਦੀ ਇੰਟੈਂਸਿਟੀ ਰੇਸ਼ੀਓ ਦੀ, ਤਾਂ ਧਿਆਨ ਰੱਖਣਾ ਜਦੋਂ ਵੀ ਤੁਹਾਡੇ n ਇਕੁਅਲ ਟੂ 1 ਹੁੰਦਾ ਹੈ ਤਾਂ ਜੋ ਵੀ ਜਿੰਨੇ ਮਰਜ਼ੀ ਤੁਹਾਡੇ ਸਿਗਨਲ ਆਣ ਉਹਨਾਂ ਦੀ ਇੰਟੈਂਸਿਟੀ ਕਿੰਨੀ ਹੁੰਦੀ ਹੈ ਤੁਹਾਡੀ 1:1:1। ਤਾਂ ਇੱਥੇ ਆਂਸਰ ਕੀ ਆਏਗਾ ਤੁਹਾਡਾ? ਟ੍ਰਿਪਲੇਟ ਆਏਗਾ ਵਿਦ ਇੰਟੈਂਸਿਟੀ ਰੇਸ਼ੀਓ 1:1:1। ਅਗਰ ਤੁਹਾਡਾ n ਇਕੁਅਲ ਟੂ 1 ਹੁੰਦਾ ਹੈ ਤਾਂ ਜੋ ਵੀ ਇੰਟੈਂਸਿਟੀ ਰੇਸ਼ੀਓ ਹੈ ਉਹ ਕਿੰਨੀ ਆਉਂਦੀ ਹੈ ਤੁਹਾਡੀ? 1:1 ਹੀ ਆਉਂਦੀ ਹੈ ਹਮੇਸ਼ਾ। ਤਾਂ ਇਸ ਪੁਆਇੰਟ ਨੂੰ ਧਿਆਨ 'ਚ ਰੱਖਣਾ ਹੈ ਕਿਉਂਕਿ ਇੱਥੇ n ਇਕੁਅਲ ਟੂ 1 ਹੈ ਕੋਰਸਪੋਂਡਿੰਗ ਟੂ 1 ਡਿਊਟੀਰੀਅਮ, ਤਾਂ ਸਿਗਨਲ ਤੁਹਾਡਾ ਟ੍ਰਿਪਲੇਟ ਆਏਗਾ ਜਿਸ ਦੀ ਇੰਟੈਂਸਿਟੀ ਰੇਸ਼ੀਓ ਕਿੰਨੀ ਆਏਗੀ ਤੁਹਾਡੀ? 1:1:1।